ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਸਾਰੇ ਜੋ ਪਹਿਲਾਂ ਕਲਾਸ ਵਿੱਚ ਸ਼ਾਮਲ ਹੋ ਰਹੇ ਹੋ, ਆਪ ਜੀ ਨੂੰ ਪਤਾ ਹੈ ਕਿ ਸੋਮਵਾਰ ਆਪ ਜੀ ਵੱਲੋਂ ਭੇਜੇ ਹੋਏ ਪ੍ਰਸ਼ਨਾਂ ਦੇ ਉੱਤਰ ਇਹ ਸਵਾਲ ਜਵਾਬ ਪੈਨਲ ਦੇ ਜੋ ਮੈਂਬਰ ਹਨ ਉਹਨਾਂ ਵੱਲੋਂ ਦਿੱਤੇ ਜਾਂਦੇ ਹਨ। ਜਿਹੜੇ ਵੀ ਪ੍ਰਸ਼ਨ ਆਉਂਦੇ ਹਨ ਉਹਨਾਂ ਦੇ ਵਿਚਾਰ ਕਰਕੇ ਆਪਸੀ ਸਹਿਮਤੀ ਬਣਾ ਕੇ ਆਪ ਜੀ ਨੂੰ ਉਹਦਾ ਉੱਤਰ ਦੇ ਦਿੱਤਾ ਜਾਂਦਾ ਹੈ। ਹਰ ਵਾਰੀ ਬੇਨਤੀ ਕਰਦੇ ਹਾਂ ਕਿ ਪੈਨਲ ਮੈਂਬਰਸ ਦੇ ਇਹ ਸਾਰੇ ਜਵਾਬ, ਸਾਰੇ ਉੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਸਿੱਖ ਰਹਿਤ ਮਰਿਆਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਔਰ ਭਾਈ ਨੰਦ ਲਾਲ ਸਿੰਘ ਦੀ ਰਚਨਾ, ਜੋ ਸਿੱਖ ਰਹਿਤ ਮਰਿਆਦਾ ਜਿਨ੍ਹਾਂ ਦਾ ਜ਼ਿਕਰ ਹੈ, ਉਸ ਮੁਤਾਬਕ ਹੀ ਇਹ ਉੱਤਰ ਦਿੱਤੇ ਜਾਂਦੇ ਹਨ। ਬਾਕੀ ਇਤਿਹਾਸਕ ਸਰੋਤ ਹਨ ਸਾਡੇ ਕੋਲ, ਜਿਹੜੇ ਪੁਰਾਣੇ ਵਿਦਵਾਨ ਹੋਏ ਹਨ, ਉਹਨਾਂ ਦੀਆਂ ਲਿਖਤਾਂ ਵੀ ਰੈਫਰੈਂਸ ਵਜੋਂ ਆਪ ਜੀ ਨੂੰ ਦੱਸ ਦਿੱਤੀਆਂ ਜਾਂਦੀਆਂ ਹਨ। ਇਹ ਸਵਾਲ ਜਵਾਬ ਦਾ ਸਾਰਾ ਜੋ ਸੈਸ਼ਨ ਹੈ, ਜੋ ਕਲਾਸ ਹੈ, ਇਹ ਵੀਰ ਰਾਜਾ ਸਿੰਘ ਜੀ ਜੋ ਅੱਜ ਕੱਲ੍ਹ ਟੋਰਾਂਟੋ ਵਿਖੇ ਹਨ, ਜੋ ਬੇਸਿਕ ਮੁੱਢਲੇ ਤੌਰ 'ਤੇ ਜਲੰਧਰ ਹੀ ਤੋਂ ਹਨ, ਅੱਜ ਕੱਲ੍ਹ ਇੱਥੇ ਹਨ, ਉਹ ਇਹ ਸਾਰਾ ਸੈਸ਼ਨ ਚਲਾਉਂਦੇ ਹਨ। ਮੈਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਸ ਸਵਾਲ ਜਵਾਬ ਸੈਸ਼ਨ ਦੀ ਆਰੰਭਤਾ ਕਰਨ। ਵੀਰ ਰਾਜਾ ਸਿੰਘ ਜੀ ਸਵਾਲ ਜਵਾਬ ਸੈਸ਼ਨ ਸ਼ੁਰੂ ਕਰ ਰਹੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਇਸ ਸੈਸ਼ਨ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਤੋਂ ਆਪ ਜੀ ਵੱਲੋਂ ਭੇਜੇ ਜੋ ਸਵਾਲ ਨੇ, ਜਿਹੜੇ ਕਿ ਵੱਖ-ਵੱਖ ਵਿਸ਼ਿਆਂ ਤੇ ਨੇ, ਗੁਰਬਾਣੀ ਉਚਾਰਨ ਹੈ, ਸਿੱਖ ਇਤਿਹਾਸ ਹੈ ਆਦਿ, ਔਰ ਉਹਨਾਂ ਨੂੰ ਜਿਹੜੇ ਆਪ ਜੀ ਨੇ ਭੇਜੇ ਨੇ, ਉਹ ਵੱਖ-ਵੱਖ ਜੋ ਸਾਡੇ ਪੈਨਲ ਮੈਂਬਰਾਨਸ ਨੇ, ਉਹ ਤੁਹਾਨੂੰ ਉਸ ਦਾ ਉੱਤਰ ਦੇਣਗੇ ਜੀ। ਤੋਂ ਆਓ ਸਾਧ ਸੰਗਤ, ਪਹਿਲਾ ਜਿਹੜਾ ਸਭ ਤੋਂ ਆਪਾਂ ਸਵਾਲ ਲੈਣ ਲੱਗੇ ਹਾਂ, ਗੁਰਬਾਣੀ ਵਿੱਚ, ਕਿਉਂਕਿ ਸਾਨੂੰ ਪਤਾ ਹੈ, ਅਸੀਂ ਬੜੀ ਵਾਰੀ ਪਹਿਲੇ ਸੁਣਿਆ ਵਿਦਵਾਨਾਂ ਪਾਸੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੀਆਂ ਲੈਂਗੁਏਜਸ ਬੋਲੀਆਂ ਹਨ। ਔਰ ਦੂਜੀ ਗੱਲ ਇਹ ਹੈ ਕਿ ਜਿਵੇਂ ਇੱਕ ਬੋਲੀ ਦੇ ਅੱਗੋਂ ਵੱਖ-ਵੱਖ ਡਾਇਲੈਕਟਸ ਹੁੰਦੇ ਨੇ, ਜਿਵੇਂ ਪੰਜਾਬੀ ਹੈ, ਮਾਝੇ 'ਚ ਹੋਰ, ਮਾਲਵੇ 'ਚ ਹੋਰ, ਦੁਆਬੇ ਹੋਰ, ਕੁਝ ਅੱਖਰਾਂ ਦਾ ਫਰਕ ਹੈ। ਤੋ ਜਿਉਂ-ਜਿਉਂ, ਵੈਸੇ ਕਹਿੰਦੇ ਨੇ ਬੋਲੀਆਂ ਬਾਰੇ, ਇਹ ਪੁਰਾਣੀ ਇੱਕ ਅਖਾਣ ਪ੍ਰਸਿੱਧ ਹੈ ਕਿ ਹਰ 12 ਕੋਹਾਂ ਤੇ ਜਾ ਕੇ ਬੋਲੀ ਬਦਲ ਜਾਂਦੀ ਹੈ। ਤੋ ਬਦਲਣ ਦਾ ਭਾਵ ਹੈ ਕਿ ਬੋਲੀ ਦੇ ਜਾਂ ਪ੍ਰੋਨਾਊਂਸੀਏਸ਼ਨ 'ਚ ਫਰਕ ਹੋਏਗਾ, ਜਾਂ ਕੁਝ ਅੱਖਰਾਂ ਦਾ ਵਾਧਾ ਘਾਟਾ ਜਿਹੜਾ ਹੋ ਸਕਦਾ ਹੈ, ਅਰਥ ਭਾਵੇਂ ਸੇਮ ਹੁੰਦੇ ਨੇ। ਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਲ ਗ੍ਰੰਥ ਨੇ, ਔਰ ਗੁਰੂ ਸਾਹਿਬਾਨ ਦੇ ਸੰਪਰਕ ਵਿੱਚ ਬੜੇ ਸੰਸਾਰੀ ਜਿਹੜੇ ਨੇ ਵੱਖ-ਵੱਖ ਖੇਤਰਾਂ ਤੋਂ ਆਉਂਦੇ ਰਹੇ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਵੱਖ-ਵੱਖ ਬੋਲੀਆਂ ਨੇ, ਉੱਥੇ ਪੰਜਾਬੀ ਬੋਲੀ ਜਾਂ ਉਹਨਾਂ ਦੇ ਅੱਗੋਂ ਜਿਹੜੇ ਵੱਖ-ਵੱਖ ਡਾਇਲੈਕਟਸ ਨੇ, ਉਹ ਵੀ ਸਾਨੂੰ ਲੱਭਦੇ ਨੇ। ਤੋ ਜ਼ਰੂਰੀ ਗੱਲ ਹੈ ਕਿ ਜਿਸ ਵੇਲੇ ਸਾਨੂੰ ਕੋਈ ਕਿਸੇ ਅੱਖਰ ਨਾਲ ਬਹੁਤੀ ਪਹਿਲੇ ਪਹਿਚਾਣ ਨਹੀਂ ਹੈ, ਤੇ ਜਿਸ ਵੇਲੇ ਅਸੀਂ ਸਹਿਜ ਪਾਠ ਕਰਦੇ ਹਾਂ,
तो वो मन में आना कुदरती और आना भी चाहिए। एक बड़ी चंगी ओमन है कि ਜਿਹੜੇ ਵੀਰ ਭੈਣਾਂ ਪਾਠ ਕਰਨ ਲੱਗਿਆਂ ਇਹ ਛੋਟੀਆਂ-ਛੋਟੀਆਂ ਗੱਲਾਂ ਨੋਟ ਕਰਦੇ ਨੇ। ਉਹ ਬੜੀ ਪ੍ਰਸੰਨਤਾ ਹੁੰਦੀ ਹੈ ਕਿ ਇਹਦਾ ਮਤਲਬ ਹੈ ਕਿ ਗੁਰਬਾਣੀ ਨੂੰ ਕਿੰਨੀ ਨੀਝ ਲਾ ਕੇ ਪੜ੍ਹੀ ਜਾ ਰਹੀ ਹੈ ਔਰ ਚਾਹੀਦੀ ਵੀ ਹੈ। ਬਾਣੀ ਨੂੰ ਪ੍ਰੋਪਰ ਅਟੈਂਸ਼ਨ ਦੇਣੀ ਚਾਹੀਦੀ ਹੈ। ਤੋ ਇਹੋ ਜਿਹਾ ਇੱਕ ਜਿਹੜਾ ਸਵਾਲ ਆਇਆ ਸਾਹਿਬ ਤੋਂ, ਆਪ ਹੀ ਜਿਸਲੇ ਸਹਿਜ ਪਾਠ ਕਰਦੇ ਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 434 ਤੇ ਗੁਰੂ ਅਮਰਦਾਸ ਜੀ ਵੱਲੋਂ ਲਿਖੀ ਆਸਾ ਰਾਗ ਜਿਹੜੀ ਪੱਟੀ ਹੈ, ਭਾਵ ਉਹਦਾ ਜਿਹੜਾ ਟਾਈਟਲ ਹੈ ਸਿਰਲੇਖ ਹੈ, ਉਹ ਵੀ ਹੈ ਪੱਟੀ। ਤੋ ਉਸ ਪੱਟੀ ਦੇ ਜੋ ਪਹਿਲੀ ਤੁਕ ਹੈ ਉਹਦੇ ਕੁਝ ਅੱਖਰ ਜਿਹੜੇ ਨੇ ਉਹ ਆਮ ਅਸੀਂ ਵਰਤੋਂ 'ਚ ਨਹੀਂ ਦੇਖਦੇ। ਤੋ ਸਾਡੇ ਕੋਲ ਸਵਾਲ ਆਇਆ ਵੀ ਇਹਨਾਂ ਨੂੰ ਕੀ ਉਚਾਰਨ ਕਰਨਾ ਹੈ ਔਰ ਇਹਦੇ ਅਰਥ ਕੀ ਨੇ। ਮੈਨੂੰ ਖਿਮਾ ਕਰਨਾ, ਮੈਂ ਅੱਜ ਸ਼ੁਰੂ ਕਰ ਦਿੱਤਾ ਹੈ ਤੇ ਜਿਹੜੇ ਪੈਨਲ ਮੈਂਬਰਾਨ ਨੇ ਉਹਨਾਂ ਨਾਲ ਆਪ ਦੀ ਜਾਣ ਪਛਾਣ ਨਹੀਂ ਕਰਾਈ, ਇਸ ਲਈ ਮੈਂ ਆਪਸ ਵਿੱਚ ਖਿਮਾ ਮੰਗਦਾ। ਤੋ ਮੈਂ ਵੈਸੇ ਬੇਨਤੀ ਕਰ ਦਿੰਦੇ ਹਾਂ, ਜੋ ਦਰਸ਼ਨ ਹੋ ਰਹੇ ਨੇ ਮੈਨੂੰ ਸਤਜਿੰਦਰ ਸਿੰਘ ਜੀ, ਵੀਰ ਐਮਪੀ ਸਿੰਘ ਜੀ, ਵੀਰ ਹਰਜੀਤ ਸਿੰਘ ਜੀ ਔਰ ਬਾਕੀ ਵੀਰ ਮਨਮੋਹਨ ਸਿੰਘ ਜੀ ਅਜੇ ਦਰਸ਼ਨ ਨਹੀਂ ਹੋ ਰਹੇ। ਮਨਮੋਹਨ ਸਿੰਘ ਜੀ ਪੁੰਛ ਤੋਂ ਅਜੇ ਦਰਸ਼ਨ ਨਹੀਂ ਹੋਏ। ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਹੈਗੇ ਨੇ ਜੀ, ਪ੍ਰਿੰਸੀਪਲ ਹੈਗੇ ਨੇ ਜੀ, ਸ਼ਾਮਲ ਨੇ ਕਲਾਸ। ਅੱਛਾ ਜੀ, ਤੋ ਉਹਨਾਂ ਦਾ ਵੀ ਸਵਾਗਤ ਹੈ। ਗਿਆਨੀ ਜੀ, ਗਿਆਨੀ ਅਮਰਪਾਲ ਸਿੰਘ ਜੀ। ਗਿਆਨ ਜੀ ਨਹੀਂ ਹੈਗੇ। ਹਾਂਜੀ, ਗਿਆਨੀ ਜੀ ਦੇ ਕੁਝ ਚਾਹੇ ਸੁਖਵਿੰਦਰ ਸਿੰਘ ਜੀ ਹੈਗੇ ਨੇ, ਮੇਰਾ ਖਿਆਲ ਉਹਨਾਂ ਦਾ ਗੱਲ ਕਰੋ। ਤੇ ਜੇ ਗਿਆਨੀ ਜੀ ਜੁਆਇਨ ਕਰ ਗਏ ਤਾਂ ਠੀਕ ਹੈ। ਤੋ ਆਪਾਂ ਸ਼ੁਰੂ ਕਰ ਰਹੇ ਹਾਂ। ਸਾਧ ਸੰਗਤ ਮੈਨੂੰ ਖਿਮਾ ਕਰਨਾ, ਇਹ ਮੇਰੇ ਤੋਂ ਅੱਗੇ ਹੋ ਗਈ ਸੀ। ਮੈਂ ਪੈਨਲ ਮੈਂਬਰਾਂ ਸਭ ਤੋਂ ਵੀ ਇਸ ਗੱਲ ਦੀ ਖਿਮਾ ਮੰਗਦਾ। ਤੋ ਜਿਹੜਾ ਸ਼ਬਦ ਮੈਂ ਸਵਾਲ ਮੈਂ ਬੇਨਤੀ ਕਰ ਰਿਹਾ ਸਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 434 ਤੇ ਉਹ ਹੈ, ਸ਼ੁਰੂ ਹੁੰਦਾ ਹੈ ਆਈਓ ਅੰਗੈ ਸਭ ਜਗ ਆਇਆ, ਕਾਖੈ ਕੰਗੈ ਕਾਲ ਪਿਆ। ਇਹ ਥੋੜਾ ਜਿਹਾ ਕਿਉਂਕਿ ਗੰਗੇ ਦਾ ਵਿਚਾਰਨ ਆਉਂਦਾ ਜਿਹੜਾ ਆਮ ਤੌਰ ਤੇ ਅੱਜ ਕੱਲ੍ਹ ਅਸੀਂ ਘੱਟ ਕਰਦੇ ਹਾਂ, ਤੋ ਇਸ ਕਰਕੇ ਥੋੜਾ ਜਿਹਾ ਓਪਰਾ ਸ਼ਾਇਦ ਲੱਗ ਰਿਹਾ। ਮੈਂ ਬੇਨਤੀ ਕਰਾਂਗਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਸ ਤੁਕ ਦਾ ਉਚਾਰਨ ਤੇ ਇਹਦਾ ਭਾਵ ਜਿਹੜਾ ਹੈ ਇਹ ਦੱਸਣ। ਸਾਨੂੰ ਐਸਾ ਸਵਾਲ ਆਇਆ। ਵੀਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਦੀ ਲਿਖੀ ਹੋਈ ਪੱਟੀ ਬਾਣੀ ਦੇ ਵਿੱਚ ਇਹ ਜੋ ਮੂਲ ਸੰਖੇਪ ਰੂਪ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਇਸ ਤੋਂ ਬਾਅਦ ਜੋ ਪੰਕਤੀ ਪਹਿਲਾਂ ਆਈ ਹੈ, ਆਇਓ ਅੰਗੈ ਸਭ ਜਗ ਆਇਆ, ਕਾਖੈ ਕੰਗੈ ਕਾਲ ਭਇਆ। ਇੱਥੇ ਜੋ ਸਵਾਲ ਵਿੱਚ ਪੁੱਛਿਆ ਗਿਆ ਹੈ ਕਿ ਆਇਓ ਅੰਗੈ, ਇਹਦਾ ਉਚਾਰਨ ਕੀ ਹੈ ਔਰ ਇਸ ਦਾ ਅੱਗੋਂ ਕਾਖੈ ਕੰਗੈ ਇਹਦਾ ਉਚਾਰਨ ਕੀ ਹੈ ਔਰ ਦਾ ਭਾਵ ਕੀ ਹੈ। ਜਿੱਥੋਂ ਤੱਕ ਸ਼ਬਦ ਦੇ ਮੂਲ ਰੂਪ ਵਿੱਚ ਜਿਹਦੇ ਅਰਥ ਹਨ ਇਸ ਪੰਕਤੀ ਦੇ, ਉਹ ਇਹ ਹਨ ਕਿ ਸਾਰਾ ਜਗ ਜਿਹੜਾ ਹੈ ਉਹ ਇੱਥੇ ਆਇਆ ਹੋਇਆ ਹੈ ਔਰ ਇਸ ਸਾਰੇ ਸੰਸਾਰ ਦੇ ਉੱਪਰ ਜੋ ਮੌਤ ਹੈ ਉਹ ਸਾਰਿਆਂ ਦੀ ਹੋਣੀ ਹੈ। ਇਹ ਮੂਲ ਭਾਵ ਹੈ ਇਸ ਦੇ ਅੰਦਰ। ਔਰ ਜਿੱਥੇ ਤੱਕ ਆਇਓ ਹੈ, ਆਇਓ ਅੱਖਰ ਜਿਵੇਂ ਡਾਕਟਰ ਸਾਹਿਬ ਸਿੰਘ ਗੁਰੀ ਜਿਨ੍ਹਾਂ ਨੇ ਦਰਪਨ ਲਿਖਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਦੇ ਅਰਥ ਕੀਤੇ ਹਨ, ਉਹਨਾਂ ਨੇ ਇਸ ਬਾਰੇ ਲਿਖਿਆ ਹੈ ਕਿ ਕੁਝ ਅੱਖਰਾਂ ਨੂੰ ਜੋੜ ਕਰਕੇ, ਜਿਵੇਂ ਆਇਓ ਨੂੰ ਐੜਾ ਈੜੀ ਤੇ ਊੜਾ ਇਹਨੂੰ ਮਿਲਾ ਕਰਕੇ ਆਇਓ ਬਣਾਇਆ ਔਰ ਅੰਗੈ ਜਿਹੜਾ ਹੈ ਉਹ ਐੜੇ ਦੇ ਉੱਤੇ ਟਿੱਪੀ ਤੇ ਐੜਾ ਇਹਨੂੰ ਅੰਗੈ ਬਣਾਇਆ ਹੈ। ਤੋ ਕਾਖੈ ਕੰਗੈ, ਕਾਖੈ ਜਿਹੜਾ ਹੈ ਕੱਕਾ ਖੱਖਾ ਔਰ ਗੱਗਾ ਘੱਗਾ ਗੰਗਾ, ਇਹਨੂੰ ਅੱਖਰਾਂ ਨੂੰ ਮਿਲਾ ਕਰਕੇ ਇਕੱਠਾ ਕਰਕੇ ਕਾਖੈ ਔਰ ਕੰਗੈ ਬਣਾਇਆ ਗਿਆ ਹੈ। ਇੱਥੇ ਇੱਕ ਨੋਟ ਦਿੱਤਾ ਗਿਆ ਕਿ ਆਇਓ ਅੰਗੈ ਕਾਖੈ ਕੰਗੈ, ਇਹ ਸਿਰਫ ਐੜਾ ਈੜੀ ਊੜਾ ਕੱਕਾ ਕੱਖਾ ਗੱਗਾ ਕੰਗਾ ਅੱਖਰ ਹੀ ਹਨ। ਰੀਰੀ ਲਾ ਲੀ ਇਹ ਵੀ ਹਿੰਦੀ ਦੇ ਹੀ ਅੱਖਰ ਹਨ, ਪਰ ਇਹਨਾਂ ਦਾ ਇਸ ਸ਼ਬਦ ਦੇ ਅੰਦਰ ਜਿਹੜਾ ਹੈ ਉਹ ਕਵਿਤਾ ਦੇ ਰੂਪ ਅੰਦਰ ਇਸਤੇਮਾਲ ਕੀਤਾ ਗਿਆ ਹੈ, ਪਰ ਇਸ ਦਾ ਕੋਈ ਜਿਹੜਾ ਅਰਥ ਇਸ ਸ਼ਬਦ ਦੇ ਅੰਦਰ ਨਹੀਂ ਹੈ। ਆਸ ਹੈ ਵੀਰ ਜੀ ਨੇ ਜਿਨ੍ਹਾਂ ਨੇ ਸਵਾਲ ਪੁੱਛਿਆ ਹੈ ਉਹਨਾਂ ਨੂੰ ਇਸ ਦੀ ਤਸੱਲੀ ਹੋ ਗਈ ਹੋਵੇਗੀ। ਕੋਈ ਹੋਰ ਸਿੰਘ ਦੇ ਅੰਦਰ ਐਡ ਕਰਨਾ ਚਾਹੇ ਤਾਂ ਮੁਬਾਰਕ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ ਨੇ ਐਕਸਪਲੇਨ ਕੀਤਾ ਹੈ ਸਾਧ ਸੰਗਤ, ਔਰ ਉਮੀਦ ਕਰਦੇ ਹਾਂ ਬਈ ਆਪਾਂ ਸਭ ਨੂੰ ਇਹਦੇ 'ਚ ਤਸੱਲੀ ਹੈ ਕਿ ਗੁਰੂ ਮਹਾਰਾਜ ਨੇ ਉਹ ਜਿਹੜੇ ਅੱਖਰਾਂ ਦੇ ਜੋੜ ਨੇ, ਅੱਖਰ ਨੇ, ਉਹ ਦੱਸੇ ਨੇ। ਕੁਛ ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕੀਤੀ ਹੈ, ਮੈਂ ਫਿਰ ਬੇਨਤੀ ਕਰਦਾ ਸੰਗਤ ਨੂੰ ਵੀ, ਗੰਗਾ ਤੇ ਨਿਆਂ, ਇਹ ਜਿਹੜੇ 2 ਅੱਖਰ ਨੇ, ਇਹ ਪਿਛਲੇ 3-4 ਦਹਾਕਿਆਂ ਤੋਂ ਆਲਮੋਸਟ ਇਹਦੀ ਵਰਤੋਂ ਹੀ ਬੰਦ ਹੋ ਗਈ। ਅਸੀਂ ਆਮ ਲਿਖਣ ਬੋਲਣ 'ਚ ਇਹਨੂੰ ਵਰਤਦੇ ਹੀ ਨਹੀਂ ਗਏ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਔਰ ਇਹ ਅੱਖਰ ਜਿਹੜੇ ਨੇ ਪਹਿਲਾਂ ਪ੍ਰਚਲਿਤ ਸਨ। ਜਦ ਅਸੀਂ ਸਕੂਲਿੰਗ ਕੀਤੀ ਹੈ ਉਸ ਵੇਲੇ ਅੱਖਰ ਬਕਾਇਦਾ ਅਸੀਂ ਮਤਲਬ ਵਰਤਦੇ ਹੁੰਦੇ ਸਨ ਲਿਖਾਈ 'ਚ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੰਗਾ ਲਫ਼ਜ਼, ਨਿਆਂ ਲਫ਼ਜ਼ ਕਾਫੀ ਥਾਂ ਤੇ ਵਰਤਿਆ। ਤੋ ਇਹਦਾ ਸਾਨੂੰ ਗਿਆਨ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਅਸੀਂ ਇਹਨੂੰ ਮੈਂ ਬੇਨਤੀ ਕੀਤੀ ਹੈ 3-4 ਦਹਾਕਿਆਂ ਤੋਂ ਅਸੀਂ ਵਰਤ ਨਹੀਂ ਰਹੇ। ਤੇ ਉਹਦਾ ਅਸਰ ਇਹ ਹੋਇਆ ਕਿ ਜਿਹੜੀ ਹੁਣ ਦੀ ਪੀੜ੍ਹੀ ਹੈ ਉਹਨੂੰ ਗੰਗਾ ਤੇ ਨਿਆਂ ਬੋਲਣ 'ਚ ਬੜੀ ਪ੍ਰੋਬਲਮ ਆਉਂਦੀ ਹੈ। ਤੋ ਅਸੀਂ ਵੀ ਜਿਸ ਵੇਲੇ ਇੱਥੇ ਪੰਜਾਬੀ ਦੀਆਂ ਕਲਾਸਾਂ ਲਾਉਂਦੇ ਹਾਂ ਤਾਂ ਗੰਗਾ ਨਿਆਂ ਆ ਜਾਂਦਾ ਤੇ ਬੜੀ ਸਮੱਸਿਆ ਉਹਨਾਂ ਲਈ, ਬੱਚਿਆਂ ਲਈ ਬਣ ਜਾਂਦੀ ਹੈ। ਫਿਰ ਉਹਦੇ ਲਈ ਬਕਾਇਦਾ ਕਿ ਕਿਵੇਂ ਬੋਲਣਾ, ਵੀ ਜੇਬਾ ਨੇ ਗੰਗਾ ਕਹਿਣ ਲੱਗਾ, ਜੇਬਾ ਨੇ ਤਾਲੂ ਨਾਲ ਕਿੱਥੋਂ ਲੰਘਣਾ, ਨਿੰਨੇ ਵੇਲੇ ਜੇਬਾ ਨੇ ਕਿਵੇਂ ਤਾਲੂ ਤੇ ਟੱਚ ਕਰਨਾ, ਇਹ ਚੀਜ਼ ਦੱਸਣੀ ਪੈਂਦੀ ਹੈ ਤਾਂ ਸਮਝ ਆਉਂਦੀ ਹੈ। ਮੈਂ ਬੇਨਤੀ ਕਰਾਂਗਾ ਕਿ ਸਾਡਾ ਇਹ ਵਿਰਸਾ ਹੈ, ਇਹ ਜਿਹੜੀ ਸਾਡੀ ਬੋਲੀ ਹੈ ਸਾਡਾ ਵਿਰਸਾ ਹੈ। ਗੰਗਾ ਤੇ ਨਿਆਂ ਇਹਨੂੰ ਕਿਰਪਾ ਕਰਕੇ ਭੁਲਾਈਏ ਨਾ, ਇਹਨੂੰ ਆਪਾਂ ਵਰਤੋਂ 'ਚ ਲਿਆਉਣ ਦੀ ਕਿਰਪਾਲਤਾ ਕਰੀਏ। ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਨਿਆਂ ਗੰਗਾ ਜਿਹੜਾ ਉਹ ਸਿਖਾਇਆ ਜਾਏ, ਇਹ ਬੜਾ ਜ਼ਰੂਰੀ ਹੈ। ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗਿਆ ਗਲਤੀ ਹੋਣੀ ਸਹਿਵਨ ਹੈ। ਜੇ ਮੂੰਹ 'ਚੋਂ ਗੰਗਾ ਨਿਆਂ ਨਿਕਲਣਾ ਹੀ ਨਹੀਂ ਤਾਂ ਸੰਗਤੀ ਰੂਪ ਵਿੱਚ ਪਾਠ ਕਰਨ ਲੱਗਿਆ ਬੜੀ ਸਮੱਸਿਆ ਆ ਸਕਦੀ। ਤੇ ਇਸ ਲਈ ਮੇਰੀ ਬੇਨਤੀ ਹੈ ਸਾਧ ਸੰਗਤ ਨੂੰ, ਗੰਗਾ ਤੇ ਨਿਆਂ ਇਹਨੂੰ ਕਿਰਪਾ ਕਰਕੇ ਆਪ ਹੀ ਵਰਤੀਏ। ਔਰ ਮੈਨੂੰ ਤਾਂ ਜ਼ਿਆਦਾ ਫਿਕਰ ਆਉਂਦਾ ਆਉਣ ਵਾਲੀ ਪੀੜ੍ਹੀ ਦਾ, ਸਾਡਾ ਤਾਂ ਜੋ ਬਣਨਾ ਬਣ ਗਿਆ। ਸੋ ਇਸ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਗੰਗਾ ਨਿਆਂ ਜਿਹੜੀ ਇਹਦੀ ਵਰਤੋਂ ਜ਼ਰੂਰ ਦੱਸੀ ਜਾਏ। ਵੀਰ ਤੇਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੋ ਸਾਧ ਸੰਗਤ ਜੀ, ਅਗਲਾ ਜਿਹੜਾ ਸਵਾਲ ਆਇਆ ਹੈ ਉਹ ਬੜਾ ਧਿਆਨ ਮੰਗਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਬੜਾ ਡੂੰਘਾ ਸਮੁੰਦਰ ਹੈ। ਤੁਸੀਂ ਦੇਖੋ ਨਾ, ਜਿਹੜੇ ਵੱਡੇ ਵਿਦਵਾਨ ਜਿਹੜੇ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਟ੍ਰਾਂਸਲੇਸ਼ਨ ਕੀਤੀ, ਇੰਟਰਪ੍ਰੀਟੇਸ਼ਨ ਦੱਸੀ, ਤੇ ਉਹਦੇ ਵਿੱਚ ਵੱਡੇ ਵਿਦਵਾਨਾਂ ਦਾ ਵੀ ਕਈ ਵਾਰੀ ਆਪਸ ਵਿੱਚ ਮਤਭੇਦ ਹੋ ਜਾਂਦਾ ਹੈ। ਮਤਭੇਦ ਤੋਂ ਕਹਿਣ ਦਾ ਭਾਵ ਹੈ ਕਿ ਕੋਈ ਅਰਥ ਇੰਝ ਹੈ, ਕਿਸੇ ਨੇ ਇੰਝ ਕੀਤਾ। ਕਿਉਂ? ਉਹਦਾ ਕਾਰਨ ਇਹ ਹੈ ਕਿ ਬਾਣੀ ਬਹੁਤ ਡੂੰਘਾ ਸਮੁੰਦਰ ਹੈ, ਤੇ ਇਸ ਕਰਕੇ ਇਹਨੂੰ ਹੋਰ ਜ਼ਿਆਦਾ ਉਸੇ ਡੂੰਘਾਈ ਨਾਲ ਸਮਝਣ ਦੀ ਲੋੜ ਹੈ। ਪਰ ਉਹਦਾ ਇੱਕ ਹੋਰ ਜਿਹੜਾ ਇਫੈਕਟ ਆ ਸਕਦਾ ਹੈ ਉਹ ਇਹ ਹੈ ਕਿ ਕਈ ਵਾਰੀ ਐਸਾ ਹੁੰਦਾ ਹੈ ਕਿ ਖਾਸ ਕਰਕੇ ਮੈਂ ਇੱਕ ਵਾਰੀ ਅੱਗੇ ਬੇਨਤੀ ਕੀਤੀ ਸੀ, ਜਿਹੜੇ ਭਗਤ ਸਾਹਿਬਾਨ ਦੇ ਬਚਨ ਨੇ ਨਾ ਗੁਰਬਾਣੀ ਵਿੱਚ, ਉਹਨਾਂ ਦੇ ਸ਼ਬਦੀ ਅਰਥਾਂ ਨਾਲ ਗੱਲ ਬੜੀ ਘੱਟ ਬਣਦੀ ਹੈ। ਉਹਨਾਂ ਦੇ ਭਾਵ ਅਰਥ, ਖਾਸ ਕਰਕੇ ਫਰੀਦ ਸਾਹਿਬ ਦੇ, ਕਬੀਰ ਸਾਹਿਬ ਜੀ ਦੇ, ਉਹ ਜਿਹੜੇ ਭਾਵ ਅਰਥ ਬੜੇ ਡੂੰਘੇ ਨੇ, ਤੇ ਅਸੀਂ ਸ਼ਬਦੀਆਂ ਅਰਥਾਂ ਦੇ ਨਾਲ ਜੁੜ ਕੇ ਤੇ ਕਈ ਵਾਰੀ ਸਾਡੇ ਮਨ ਵਿੱਚ ਮੁਗਾਲਤਾ ਆ ਜਾਂਦਾ ਹੈ ਵੀ ਇਹ ਕੀ ਗੱਲ ਬਣ ਗਈ। ਤੋ ਸਾਡੇ ਕੋਲ ਇੱਕ ਐਸਾ ਸਵਾਲ ਆਇਆ ਸਾਧ ਸੰਗਤ, ਉਹ ਇਹ ਹੈ ਕਿ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਜਿਹੜੇ ਦਰਬਾਰੀ ਕਵੀ ਸਨ ਉਹ ਆਪੋ ਆਪਣਾ ਕਲਾਮ ਲੈ ਕੇ ਪਹੁੰਚੇ, ਤਾਂ ਗੁਰੂ ਸਾਹਿਬ ਨੇ ਉਹ ਕਲਾਮ ਰੱਖ ਲਿਆ, ਪੜ੍ਹਿਆ, ਔਰ ਉਸ ਤੋਂ ਬਾਅਦ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਨੂੰ ਦਰਜ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਮਿਆਰੀ ਬਾਣੀ ਦਰਜ ਹੈ। ਚਾਹੇ 6 ਗੁਰੂ ਸਾਹਿਬਾਨ ਦੀ ਹੈ, 15 ਭਗਤ ਸਾਹਿਬਾਨ ਦੀ ਹੈ, ਔਰ ਬਾਕੀ ਭੱਟ ਕਵੀਆਂ ਦੀ ਹੈ, 3 ਗੁਰਸਿੱਖਾਂ ਦੀ ਹੈ। ਪਰ ਮਹਾਰਾਜ ਨੇ ਬਾਣੀ ਗੁਰੂ ਅਰਜਨ ਸਾਹਿਬ ਜੀ ਨੇ ਉਹੀ ਐਡ ਕੀਤੀ ਹੈ ਜਿਹੜੀ ਮਿਆਰੀ ਬਾਣੀ ਸੀ। ਦੈਟ ਵਾਜ਼ ਜਿਹੜੀ ਆਫ ਸਟੈਂਡਰਡ, ਉਹਦਾ ਸਟੈਂਡਰਡ ਕੀ ਸੀਗਾ? ਤੁਰਕੀ ਬਾਣੀ। ਸੋ ਜਿਹੜਾ ਤੁਰਕੀ ਬਾਣੀ ਦਾ ਸਟੈਂਡਰਡ ਹੈ ਉਹਨਾਂ ਨੇ ਉਹੋ ਹੀ ਬਾਣੀ ਦਰਜ ਕੀਤੀ ਹੈ, ਤੇ ਦਰਬਾਰੀ ਕਵੀਆਂ ਨੂੰ ਉਹਨਾਂ ਦੀ ਨਾਰਾਜ਼ਗੀ ਵਿਛੇੜਨ ਲਈ ਤੇ ਉਹਨਾਂ ਨੇ ਮਨਾ ਕਰਤਾ ਵੀ ਇਹ ਉਸ ਸਟੈਂਡਰਡ ਦੀ ਨਹੀਂ ਹੈ, ਇਸ ਕਰਕੇ ਦਰਜ ਨਹੀਂ ਹੋ ਸਕਦੀ। ਹੁਣ ਜਿਹੜਾ ਸਾਡੇ ਕੋਲ ਇੱਕ ਸਵਾਲ ਆਇਆ ਉਹ ਬੜਾ ਧਿਆਨ ਮੰਗਦਾ ਹੈ। ਉਹ ਆਇਆ ਕਿ ਉਹਨਾਂ ਚੋਂ ਇੱਕ ਦਰਬਾਰੀ ਕਵੀ ਨੇ ਲਿਖਿਆ ਸੀਗਾ ਕਿ ਖਿਮਾ ਕਰਨਾ ਮੈਂ, ਹਾਂਜੀ, ਦਰਬਾਰੀ ਕਵੀ ਨੇ ਕਿਹਾ ਸੀ ਕਿ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਤੇ ਜਿਹੜਾ ਗੁਰੂ ਸਾਹਿਬ ਨੇ ਐਂਟਰ ਨਹੀਂ ਕੀਤਾ। ਪਰ ਦੂਜੇ ਪਾਸੇ ਬਾਬਾ ਫਰੀਦ, ਸ਼ਲੋਕ ਫਰੀਦ ਜੀ ਦਾ ਜਿਹੜਾ ਇੱਕ ਸ਼ਲੋਕ ਹੈ ਬਾਬਾ ਫਰੀਦ ਜੀ ਦਾ, ਉਹ ਮੈਂ ਪੜ੍ਹਨ ਲੱਗਾ। ਫਰੀਦਾ ਜੇ ਦੇ ਨਾਲਾ ਕੱਪਿਆ, ਜੇ ਗਲ ਕੱਪੈ ਚੁੱਕ, ਪਵਨ ਨਾ ਇਤੀ ਮਾਮਲੇ, ਸਾਹ ਨਾ ਇਤੀ ਦੁੱਖ। ਉਹ ਆਖਣ ਲੱਗੇ ਜੇ ਦਰਬਾਰੀ ਕਵੀ ਦਾ ਜਿਹੜਾ ਉਹਨੇ ਕਿਹਾ ਸੀ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਤੇ ਬਾਬਾ ਫਰੀਦ ਜੀ ਦਾ ਕਿਉਂ ਦਰਜ ਕਰ ਲਿਆ ਵੀ ਇਹਦੇ ਅਰਥ ਉਹੋ ਜਿਹੇ ਲੱਗਦੇ ਨੇ, ਹੈ ਨੇ ਜਾਂ ਨਹੀਂ? ਇਹ ਤਾਂ ਕਿਉਂਕਿ ਮੈਂ ਜੋ ਪਹਿਲੇ ਬੇਨਤੀ ਕੀਤੀ ਹੈ, ਸ਼ਬਦ ਭਾਵ ਸਮਝਣ ਦੀ ਲੋੜ ਹੈ।
तो इस करके मैं संगत को बेनती करांगा भी ਇਹਦਾ ਜਿਹੜਾ ਉੱਤਰ ਹੈ ਬੜੇ ਹੀ ਨੀਝ ਨਾਲ ਸੁਣਨਾ ਜੀ। ਮੈਂ ਬੇਨਤੀ ਕਰ ਰਿਹਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਸ ਬਾਰੇ ਸਾਨੂੰ ਖੋਲ ਕੇ ਦੱਸਣ, ਕਿਉਂਕਿ ਇਹਦੇ ਵਿੱਚ ਕਾਫੀ ਮੁਗਾਲਤਾ ਲੱਗਣ ਦੇ ਚਾਂਸਸ ਨੇ। ਹਾਂਜੀ ਪ੍ਰਿੰਸੀਪਲ ਸਾਹਿਬ ਅਨਮਿਊਟ ਕਰ ਲਓ ਜੀ। ਪ੍ਰਿੰਸੀਪਲ ਸਾਹਿਬ ਅਨਮਿਊਟ ਕਰ ਲਓ, ਤੁਹਾਡਾ ਮਿਊਟ ਹੈ। ਅਜੇ ਵੀ ਨਹੀਂ ਹੋਇਆ ਜੀ। ਹਾਂ ਹੁਣ ਹੋ ਗਿਆ। हाँ जी अजय ना होया। ਹੁਣ ਠੀਕ ਹੈ। हेलो ਹੋ हाँ ਗਿਆ जी वीर ਜੀ। जी भाई खालसा वाहिगुरू जी की फतेह जी। आवाज आ रही जी? ਹਾਂਜੀ जिस तरह वीर जी ने हुणे ही दस्या है कि जदों सतगुरु गुरु अर्जन पातशाह श्री गुरु ग्रंथ साहिब महाराज जी संपादना कर रहे सन, उस वेले 4 कवि जिन्हां च छज्जू, कान्हा, पीड़ो ते शाह हुसैन अपनी अपनी कविता लैके आए ने। उन्हें चारां विचों जदों पीड़ो भगत दी सतगुरु जी ने कविता नूं पढ़न लई कहा ते उन्होंने शब्दावली बोली, असां नालों से भले जे जमदियां मर गए, चिक्कड़ पैर ना बोड़िया ना आलूद पाए। ते धन गुरु अर्जन देव जी महाराज ने संसार नूं छड्डण दियां जां पिछा खिच्चों जिहड़ी विचारधारा सी उसनूं बाणी विच कोई थां नहीं दित्ती, क्योंकि गुरबाणी दे विच तां दुख नाही सब सुख ही है रे, एक है एक ही नित है, बुरा नहीं सब भला ही है रे, हार नहीं सब जेते दा सिद्धांत दृढ़ करवाया गया सी। धन गुरु अर्जन देव जी ने उन्हां दी इस रचना नूं गुरबाणी दी कसवट्टी ते ला के रिजेक्ट कर दिता, रद्द कर दिता। किसी नौजवान ने मेरे ते सवाल किया सी कि बिल्कुल इस तरह की गलबात बाबा फरीद जी की बाणी विच भी लिखी गई। जदों 76वां श्लोक पढ़ते हाँ उहदे विच बाबा जी फरमाते हैं, फरीदा जे दिन नाला कप्या, जे गल कप्पे चुख, पवन ना इति मामले, साह ना इति दुख। भाव जिस दिन मेरा नाड़ुआ मेरी दाई ने कट्टिया सी, भाव जिस दिन मेरा जन्म होया, जे उस दिन रत्ता क गला भी वढ़ देंदी तां मन इन्हां टोयां टिब्बियां दे कारण ना इतने झमेले पैंदे ते ना ही मैं इतना दुख सहारदा। आम देखण वाले नूं इह भुलेखा लगदा है कि विचारधारा जिहड़ी है एक पासे ਉਹੀ ਵਿਚਾਰਧਾਰਾ ਨੂੰ ਰੱਦ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਬਾਬਾ ਫਰੀਦ ਜੀ ਦੀ ਬਾਣੀ ਦਰਜ ਕਰ ਲਈ ਗਈ। ਇਸ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜਾ ਸਪਸ਼ਟ ਆਪਣੀ ਬਾਣੀ ਵਿੱਚ, ਆਪਣੀ ਰਚਨਾ ਵਿੱਚ ਲਿਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਵਿੱਚ ਉਹ ਲਿਖਦੇ ਨੇ, ਕਈ ਸੱਜਣ ਬੜੀ ਕਾਹਲੀ ਵਿੱਚ ਆਖਣ ਲੱਗ ਪਏ ਹਨ ਕਿ ਫਰੀਦ ਜੀ ਦੇ ਸ਼ਲੋਕ ਪੜ੍ਹਿਆ ਇਉਂ ਲੱਗਦਾ ਹੈ ਜਿਵੇਂ ਬਾਬਾ ਜੀ ਦੁਨੀਆ ਤੋਂ ਬੜੇ ਅੱਕ ਪਏ ਸਨ, ਅੱਕੇ ਪਏ ਸਨ। ਉਹਨਾਂ ਦਾ ਇਹ ਸ਼ਲੋਕ ਢਹਿੰਦੇ ਪਾਸੇ ਵੱਲ ਲੈ ਜਾਂਦਾ ਹੈ। ਪ੍ਰੋਫੈਸਰ ਸਾਹਿਬ ਲਿਖਦੇ ਨੇ, ਅਜਿਹੇ ਲੋਕ ਇਹ ਉਕਾਈ ਇਸ ਵਾਸਤੇ ਖਾ ਰਹੇ ਹਨ ਕਿ ਉਹ ਇਹਨਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹਨਾ ਆਦ ਨਹੀਂ ਸਿੱਖੇ। ਸ਼ਲੋਕ ਨੰਬਰ 74 ਤੋਂ ਲੈ ਕੇ 76 ਤੱਕ ਰਲਾ ਕੇ ਪੜ੍ਹੋ ਤੇ ਭਾਵ ਸਾਫ਼ ਹੈ ਕਿ ਇੱਕ ਦੂਜੇ ਤੋਂ ਨਫ਼ਰਤ ਕਰਕੇ ਲੋਕਾਂ ਨੇ ਜਗਤ ਨੂੰ ਨਰਕ ਬਣਾ ਦਿੱਤਾ ਹੈ। ਫਰੀਦ ਜੀ ਇਸੇ ਆਕੜ ਤੇ ਨਫ਼ਰਤ ਤੋਂ ਵਰਜ ਰਹੇ ਹਨ। ਤਾਂ ਹੀ ਸ਼ਲੋਕ ਨੰਬਰ ਜਿਹੜਾ 75 ਹੈ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ, ਫਰੀਦਾ ਖਾਲਕ ਖਲਕ ਮੈਂ, ਖਾਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਇਹ ਤੋਂ ਪਹਿਲਾ 74 ਨੰਬਰ ਸ਼ਲੋਕ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਪਸੀ, ਦੋਜਕ ਸੰਧੀ ਭਾਹੇ। ਭਾਵ ਮਨ ਨੂੰ ਮੈਦਾਨ ਵਰਗਾ ਪੱਧਰਾ ਬਣਾ ਲੈ, ਜਿਹੜੇ ਇਸ ਵਿੱਚ ਨੀਵੇਂ ਤੇ ਉੱਚੇ ਥਾਂ
ਭਾਵ ਕਿਤੇ ਨੀਚ ਸੋਚਣੀ ਹੈ, ਨਫ਼ਰਤ ਭਰੀ, ਤ੍ਰਿਸ਼ਨਾ ਭਰੀ, ਔਗਣਾ ਨਾਲ ਭਰਪੂਰ, ਤੇ ਕਿਤੇ ਹੋਰ ਸੋਚ ਵਿਚਾਰ ਚੱਲੀ ਹੋਈ ਹੈ। ਇਹ ਮਨ ਦੇ ਵਿੱਚ ਟੋਏ ਟਿੱਬੇ, ਹੰਕਾਰੀ ਬਿਰਤੀਆਂ ਜਾਂ ਪੰਜਾਂ ਵਿਕਾਰਾਂ ਤੋਂ ਪ੍ਰਭਾਵਿਤ ਹੋ ਕੇ ਕੁਕਰਮੀ ਬੰਦੇ ਦਾ ਬਣ ਜਾਣਾ, ਇਹ ਸਾਰਾ ਕੁਝ ਬੰਦੇ ਦੇ ਮਨ ਵਿੱਚ ਟੋਏ ਟਿੱਬੇ ਬਣੇ ਹੋਏ ਹਨ। ਸੋ ਇਹਨਾਂ ਟੋਏ ਟੱਬਿਆਂ ਨੂੰ ਲਾ ਕੇ ਹੀ ਇਸ ਮਨੁੱਖਾ ਜਨਮ ਨੂੰ ਸੁਚੇਤ ਕੀਤਾ ਜਾ ਸਫਲ ਕੀਤਾ ਜਾ ਸਕਦਾ ਹੈ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸੇ ਸ਼ਲੋਕ ਨੂੰ ਸਪਸ਼ਟ ਕਰਦਿਆਂ ਆਖਿਆ ਸੀ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀ ਹੈ, ਜਾਂ ਤਿਸ ਬਿਨ ਕੋਈ ਨਾ ਹੈ। ਤੇ ਬਾਬਾ ਫਰੀਦ ਜੀ ਅਗਲੇ ਸ਼ਲੋਕ ਵਿੱਚ 76ਵੇਂ ਵਿੱਚ ਕਹਿੰਦੇ ਨੇ, ਫਰੀਦਾ ਜਿਹਦੇ ਨਾਲ ਕੱਪਿਆ, ਜੇ ਗਲ ਕੱਪੇ ਚੁੱਖ, ਪਵਨ ਨਾ ਇੱਥੀ ਮਾਮਲੇ, ਸਾਹ ਨਾ ਇੱਥੀ ਦੁੱਖ। ਭਾਵ ਮਨ ਵਿੱਚ ਕੀਨਾ, ਨਫ਼ਰਤ ਤੇ ਹੋਰ ਔਗਣਾਂ ਦੇ ਜਿਨ੍ਹਾਂ ਦੇ ਟੋਏ ਟਿਵੇ ਹਨ ਤੇ ਦੁਨੀਆ ਨੂੰ ਨਰਕ ਬਣਾ ਦਿੱਤਾ ਹੈ, ਉਹ ਨਰਕ ਦੇ ਕੋਲੋਂ ਤਾਂ ਜੀ ਕਰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਖਹਿੜਾ ਛਡਾ ਲਈਏ। ਤੇ ਨਾਲ ਹੀ ਇਹ ਗੱਲ ਵੀ ਬਾਬਾ ਜੀ ਨੇ ਆਖੀ ਕਿ ਜਿਸ ਦਿਨ ਮੇਰਾ ਜਨਮ ਹੋਇਆ ਸੀ, ਦਾਈ ਨੇ ਮੇਰਾ ਨਾੜੂਆ ਕੱਟਿਆ, ਜੇ ਉਸੇ ਦਿਨ ਇਹ ਸ਼ਾਹ ਰਗ ਵੀ ਕੱਟ ਦਿੰਦੀ ਤਾਂ ਇਹਨਾਂ ਦੁੱਖਾਂ ਦੇ ਵਿੱਚ ਨਾ ਪੈਣਾ ਪੈਂਦਾ। ਪ੍ਰੋਫੈਸਰ ਸਾਹਿਬ ਸਿੰਘ ਨੇ ਗੱਲ ਸਪਸ਼ਟ ਕਰ ਦਿੱਤੀ ਕਿ ਇੱਕ ਲੜੀ ਹੈ ਸ਼ਲੋਕਾਂ ਦੀ। ਇੱਕ ਜਗ੍ਹਾ ਉਹਨਾਂ ਨੇ 20 ਸ਼ਲੋਕਾਂ ਦੇ 15 ਸ਼ਲੋਕਾਂ ਦੀ ਲੜੀ ਦਾ ਪਹਿਲਾਂ ਅਰਥ ਭਾਵ ਕੀਤਾ ਹੈ। ਤੇ ਇਸ ਸ਼ਲੋਕ ਵਿੱਚ ਵੀ ਸਪੈਸ਼ਲ ਤੌਰ ਤੇ ਜੋ ਪ੍ਰੋਫੈਸਰ ਸਾਹਿਬ ਨੇ ਲਿਖਿਆ ਉਹ ਮੈਂ ਆਪ ਜੀ ਨੂੰ ਪੜ੍ਹ ਕੇ ਦੱਸ ਦਿੱਤਾ ਹੈ ਸਾਰਾ, ਕਿ ਸਾਰੇ ਸ਼ਲੋਕ ਦੇ ਅੰਤਰੀ ਭਾਵ ਨਾਲ ਜੁੜਨਾ ਪਵੇਗਾ। ਪਰ ਇਹ ਵੀ ਚੇਤਾ ਰੱਖਣਾ ਕਿ ਗੁਰਬਾਣੀ ਕਿਤੇ ਦੋ ਦੁਬਦਾ ਵਾਲੀ ਵਿਚਾਰਧਾਰਾ ਪੈਦਾ ਨਹੀਂ ਕਰਦੀ। ਇੱਥੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਤੇ ਫਿਰ ਵੀ ਜੇ ਕਿਤੇ ਸਪਸ਼ਟ ਨਾ ਹੋ ਸਕੇ ਤਾਂ ਇਹ ਸਾਡਾ ਫਰਜ਼ ਬਣਦਾ ਹੈ ਕਿ ਗੁਰਬਾਣੀ ਵਿੱਚੋਂ ਹੀ ਐਸੀਆਂ ਉਲਝਣਾਂ ਦਾ ਉੱਤਰ ਲੱਭਿਆ ਜਾਵੇ। ਕਈ ਜਗ੍ਹਾ ਸੰਕੇਤਕ ਸ਼ਬਦਾਵਲੀ ਵਰਤੀ ਹੁੰਦੀ ਹੈ, ਜਿਵੇਂ ਇੱਕ ਸ਼ਬਦ ਦੇ ਵਿੱਚ ਫੀਲ ਰਬਾਬੀ, ਬਲਦ ਪਖਾਵਜ, ਕਊਆ ਤਾਲ ਵਜਾਵੇ, ਪਹਿਰ ਚੋਲ ਨਾ ਗਧਾ ਨਾਚੇ, ਪੈਸਾ ਭਗਤ ਕਰਾਵੇ। ਹੁਣ ਇੱਥੇ ਸਾਰੀ ਸ਼ਬਦਾਵਲੀ ਜਿਹੜੀ ਹੈ ਉਹ ਸੰਕੇਤ ਵਾਲੀ ਸ਼ਬਦ ਲਈ ਵਰਤੀ ਗਈ ਹੈ ਕਿ ਫੀਲ ਰਬਾਬੀ, ਹਾਥੀ ਜਿਹੜਾ ਰਬਾਬ ਵਜਾਉਣ ਲੱਗ ਪਿਆ। ਬਲਦ ਪਖਾਵਜ, ਉਹ ਪ੍ਰਮਾਤਮਾ ਦੀ ਸਿਫਤ ਵਿੱਚ ਬਾਜਾ ਵਜਾਉਂਦਾ ਹੈ। ਪਹਿਰ ਚੋਲ ਨਾ ਗਧਾ ਨਾਚੇ, ਇਹ ਦਰਅਸਲ ਪਸ਼ੂਆਂ ਦੇ ਨਾਲ ਲਿਖੇ ਗਏ ਨੇ, ਪਰ ਇੱਥੇ ਜ਼ਿਕਰ ਪਸ਼ੂ ਸੁਭਾਅ ਦਾ ਹੈ। ਜਦੋਂ ਹੰਕਾਰਿਆ ਹੋਇਆ ਮਨ ਪਰਮਾਤਮਾ ਦੀ ਸਿਫਤ ਵਿੱਚ ਲੱਗ ਜਾਵੇ ਤਾਂ ਸਮਝੋ ਫੀਲ ਰਬਾਬੀ, ਉਹ ਹਾਥੀ ਵਰਗਾ ਮਸਤ ਹੈ ਮਨ, ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ। ਇੱਥੇ ਵੀ ਇਹ ਚੇਤੇ ਰੱਖਣਾ ਕਿ ਉਹ ਦਾਈ ਕੌਣ ਹੈ। ਦਾਈ ਜਿਹੜੀ ਹੈ, ਜਾਂ ਵੈਦ ਜਾਂ ਡਾਕਟਰ, ਇਹ ਬੱਚੇ ਨੂੰ ਜਨਮ ਦਿੰਦਾ ਹੈ। ਭਗਤ ਪੀਰੂ ਜੀ ਆਪਣੀ ਆਤਮ ਹੱਤਿਆ ਦਾ ਜ਼ਿਕਰ ਕਰਦੇ ਨੇ ਕਿ ਅਸਾਂ ਨਾਲੋਂ ਸੇਪਲੇ ਜੰਮਦਿਆਂ ਮਰ ਗਏ, ਉਹ ਤੰਗ ਆਏ ਪਏ ਨੇ। ਪਰ ਬਾਬਾ ਫਰੀਦ ਜੀ ਗੁਰੂ ਅੱਗੇ ਜੋਦੜੀ ਕਰ ਰਹੇ ਨੇ, ਇਹ ਦਾਈ ਜੇ ਉਸ ਦਿਨ ਤੂੰ ਮੇਰਾ ਗਲਾ ਵੀ ਵੱਢ ਦਿੰਦੀ। ਹੁਣ ਇੱਥੇ ਦਾਈ, ਵੈਦ ਜਾਂ ਡਾਕਟਰ ਜਿਹੜੇ ਜਨਮ ਦਿੰਦੇ ਨੇ ਬੱਚੇ ਨੂੰ, ਜਨਮ ਵੇਲੇ ਹਾਜ਼ਰ ਹੁੰਦੇ ਨੇ, ਉਹ ਕੌਣ ਹੈ? ਪਹਿਲੇ ਨੰਬਰ ਤੇ ਜਨਮ ਕੀ ਹੈ? ਸਤਿਗੁਰੂ ਕੇ ਜਨਮ ਹੈ ਗਵਨ ਮਿਟਾਇਆ। ਤੇ ਦੂਜੇ ਨੰਬਰ ਤੇ ਇਲਾਜ ਕਰਨ ਵਾਲਾ ਕੌਣ ਹੈ? ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਸੋ ਇੱਥੇ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ ਹੈ, ਸੱਚੇ ਪਾਤਸ਼ਾਹ ਜਦੋਂ ਤੁਸੀਂ ਮਨੁੱਖਾ ਜਨਮ ਸਾਨੂੰ ਦੇ ਹੀ ਦਿੱਤਾ ਹੈ, ਅੰਤਰੀ ਭਾਵ ਇਸ ਦਾ ਇਹ ਲੈਣਾ, ਤਾਂ ਕਿਰਪਾ ਕਰਕੇ ਉਹ ਮਾਇਆ ਦੇ ਮੋਹ ਦੀ ਜਿਹੜੀ ਰੱਸੀ ਹੈ ਉਹ ਵੀ ਕੱਟ ਦਿਓ, ਜਾਂ ਉਹ ਵੀ ਉਸ ਵੇਲੇ ਕਿਰਪਾ ਕਰਕੇ ਕੱਟ ਦਿੰਦੇ ਤਾਂ ਸਾਨੂੰ ਮਾਇਆ ਦੇ ਕਰਕੇ ਇਤਨੇ ਦੁੱਖ ਨਾ ਝੱਲਣੇ ਪੈਂਦੇ। ਮੇਰੇ ਖਿਆਲ ਦੇ ਮੁਤਾਬਕ ਇਹ ਸ਼ਬਦ ਦਾ ਉੱਤਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਮੁਤਾਬਕ, ਪੰਥਕ ਵਿਦਵਾਨਾਂ ਦੇ ਮੁਤਾਬਕ ਤੇ ਕੁਝ ਆਪਣੀ ਸੋਚ ਨਾਲ ਵੀ ਅੰਤਰੀ ਭਾਵ ਵੀ ਜਿਹੜਾ ਹੈ ਉਹ ਗੁਰਬਾਣੀ ਵਿੱਚੋਂ ਲੱਭਿਆ ਜਾਵੇ ਤਾਂ ਗੱਲ ਸਪਸ਼ਟ ਹੋ ਜਾਂਦੀ ਹੈ। ਕੋਈ ਹੋਰ ਇਹਦੇ 'ਚ ਵਾਧਾ ਕਰਨਾ ਚਾਹੁੰਦਾ ਹੈ, ਮੈਂ ਤਹਿ ਦਿਲੋਂ ਧੰਨਵਾਦ ਕਰਾਂਗਾ। ਭੁੱਲ ਗਲਤੀ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ ਨੇ ਇਹ ਸਾਨੂੰ ਚੰਗੀ ਤਰ੍ਹਾਂ ਖੋਲ ਕੇ ਦੱਸਿਆ ਕਿ ਸ਼ਬਦ ਦੇ ਭਾਵ ਨਾਲ ਜੁੜਨਾ
ਔਰ ਕਿਸ ਪ੍ਰਕਰਨ ਚ ਚੱਲ ਰਿਹਾ, ਰੈਫਰੈਂਸ ਟੂ ਦ ਕੰਟੈਕਸਟ, ਉਹ ਦੇਣਾ ਬੜਾ ਜ਼ਰੂਰੀ ਹੈ। ਫਰੀਦ ਸਾਹਿਬ ਦੇ ਅਗਲੇ ਪਿਛਲੇ ਸ਼ਲੋਕਾਂ ਦੀ ਗੱਲ ਉਹਨਾਂ ਨੇ ਕੀਤੀ ਹੈ, ਉਹਦੇ ਨਾਲ ਗੱਲ ਸਪਸ਼ਟ ਹੋ ਜਾਂਦੀ ਹੈ। ਮੈਂ ਇੱਕ ਗੱਲ ਬੇਨਤੀ ਕਰਦੀ ਹਾਂ ਸਾਧ ਸੰਗਤ ਜੀ ਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਕੰਟਰਾਡਿਕਸ਼ਨ ਨਹੀਂ, ਚਾਹੇ ਉਹ ਭਗਤ ਸਾਹਿਬਾਨ ਦੀ ਬਾਣੀ ਹੈ ਜਾਂ ਗੁਰੂ ਸਾਹਿਬਾਨ ਦੀ ਬਾਣੀ ਹੈ ਜਾਂ ਗੁਰਸਿੱਖਾਂ ਦੀ ਬਾਣੀ ਹੈ। ਕਿਸੇ ਤਰ੍ਹਾਂ ਦੀ ਕੋਈ ਕੰਟਰਾਡਿਕਸ਼ਨ ਨਹੀਂ ਹੈ ਵੀ ਕਿਸੇ ਨੇ ਕੁਝ ਕਿਹਾ ਹੋਵੇ ਤੇ ਕਿਸੇ ਨੇ ਕੁਝ ਨਹੀਂ ਕਿਹਾ। ਜੋਤ ਉਹ ਜੁਗਤ ਸਹਿ ਸਹਿਕਾਇਆ ਫੇਰ ਪਲਟੀ ਹੈ। ਸਭ ਬਾਣੀ ਜਿਹੜੀ ਆ ਉਹ ਇੱਕੋ ਬਾਣੀ, ਇੱਕ ਗੁਰ। ਤੋ ਸਾਨੂੰ ਇਹ ਖਦਸ਼ੇ ਨਹੀਂ ਆਣੇ ਚਾਹੀਦੇ। ਪਰ ਅਫਸੋਸ ਇਹ ਹੈ ਵੀ ਚੰਗੇ ਚੰਗੇ ਕਈ ਲਿਖਾਰੀ ਵੀ ਇਹੋ ਜਿਹੀਆਂ ਗੱਲਾਂ ਲਿਖ ਜਾਂਦੇ ਨੇ। ਮੈਨੂੰ ਇੱਕ ਵਾਰੀ ਇੱਕ ਕਿਤਾਬ ਮੈਂ ਪੜ੍ਹੀ ਹੈ ਜੀ, ਉਹ ਕਾਲਜ ਦੇ ਰਿਟਾਇਰਡ ਪ੍ਰਿੰਸੀਪਲ ਨੇ, ਤੇ ਉਹਨਾਂ ਨੇ ਕਿਤਾਬ ਕਾਫੀ ਵੱਡੇ ਆਕਾਰ ਦੀ ਕਿਤਾਬ ਹੈ, ਤੇ ਉਹਦੇ ਵਿੱਚ ਮੈਂ ਜਿਸ ਵੇਲੇ ਪੜ੍ਹ ਰਿਹਾ ਸਾਂ ਤੇ ਮੈਂ ਵੀ ਇੱਥੇ ਆ ਕੇ ਰੁਕ ਗਿਆ। ਉਹਨਾਂ ਲਿਖਿਆ ਕਿ ਕਬੀਰ ਸਾਹਿਬ ਦੇ ਨੂੰ ਕਈ ਗੱਲਾਂ ਦਾ ਭੁਲੇਖਾ ਲੱਗ ਗਿਆ ਕਬੀਰ ਸਾਹਿਬ ਨੂੰ। ਉਹਨਾਂ ਨੇ ਜਿਸ ਲਿਖਿਆ ਤੇ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਕਰੈਕਟ ਕਰਨ ਲਈ ਉਹਨਾਂ ਦੇ ਨਾਲ ਲੱਗਦੇ ਹੋਰ ਸ਼ਲੋਕ, ਜਿਵੇਂ ਆਪਾਂ ਪੜ੍ਹਦੇ ਹਾਂ ਦੇਖਦੇ ਹਾਂ ਕਿ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਨਾਲ ਮਹਿਲਾ ਤੀਜਾ ਜਾਂ ਮਹਿਲਾ ਪੰਜਵੇਂ ਦੇ ਸ਼ਲੋਕ ਹਨ। ਤੇ ਉਹਨਾਂ ਨੇ ਜਿਹੜਾ ਲਿਖਿਆ, ਲਿਖਾਰੀ ਨੇ ਇਹ ਲਿਖ ਦਿੱਤਾ ਕਿ ਉਹਨਾਂ ਨੇ, ਕਿਉਂਕਿ ਉਹਨਾਂ ਦੇ ਲਿਖਣ ਦਾ ਭਾਵ ਇਹ ਸੀਗਾ, ਕਿਉਂਕਿ ਐਗਜ਼ੈਕਟ ਵਰਡਿੰਗ ਨਹੀਂ ਹੈ ਮੇਰੇ ਸਾਹਮਣੇ, ਮੈਂ ਪੜ੍ਹਿਆ ਕਾਫੀ ਦੇਰ ਹੋ ਗਈ ਹੈ, ਉਹਨਾਂ ਨੇ ਇਹ ਲਿਖਿਆ ਕਿ ਇਹ ਕਿਉਂਕਿ ਉਹਨਾਂ ਨੇ ਠੀਕ ਨਹੀਂ ਸੀ ਲਿਖਿਆ ਤੇ ਮਹਾਰਾਜ ਨੇ ਕਰੈਕਟ ਕੀਤਾ। ਇਹਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਠੀਕ ਨਾ ਹੋਣ ਵਾਲੀ ਗੱਲ ਵੀ ਹੋ ਗਈ, ਇਹ ਨਹੀਂ ਹੋ ਸਕਦਾ। ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਵੇਂ ਹੁਣ ਆਪ ਜੀ ਦੇ ਪ੍ਰਿੰਸੀਪਲ ਸਾਹਿਬ ਤੋਂ ਸਰਵਣ ਕੀਤਾ ਕਿ ਉਹਨਾਂ ਨੇ ਬਾਣੀ ਸਾਰੀ ਜਿਹੜੀ ਹੈ ਉਹ ਪਰਖ ਕੇ ਤੇ ਫੇਰ ਚੜਾਈ ਹੈ, ਤੇ ਇਸ ਕਰਕੇ ਗਲਤੀ ਵਾਲੀ ਗੱਲ ਨਹੀਂ ਹੈ। ਹਾਲਾਂਕਿ ਜਿਵੇਂ ਇਹਨਾਂ ਨੇ ਵੀਰ ਜੀ ਨੇ ਦੱਸਿਆ ਕਿ ਉਹਦੇ ਸ਼ਬਦ ਭਾਵ ਦਾ ਨਾ ਸਮਝ ਹੋਣ ਕਰਕੇ ਸਾਨੂੰ ਟਪਲਾ ਲੱਗਦਾ। ਤੇ ਜੇਕਰ ਇਸ ਤਰ੍ਹਾਂ ਦੇ ਵਿਦਵਾਨ ਵੀ ਇਹ ਗੱਲਾਂ ਲਿਖ ਜਾਂਦੇ ਨੇ ਤਾਂ ਸੰਗਤ ਨੂੰ ਟਪਲਾ ਲੱਗਣਾ ਸਹਿਵਨ। ਤਾਂ ਸਾਨੂੰ ਬੜਾ ਖਿਆਲ ਰੱਖਣ ਦੀ ਲੋੜ ਹੈ। ਤੇ ਪਰ ਇੱਕ ਗੱਲ ਜਿਹੜੀ ਮੈਂ ਜਿਵੇਂ ਬੇਨਤੀ ਕੀਤੀ ਹੈ ਕਿ ਉਹ ਆਪਾਂ ਪੱਲੇ ਬੰਨ ਲਈਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਕੰਟਰਾਡਿਕਸ਼ਨ ਨਹੀਂ ਹੈ, ਚਾਹੇ ਕਿਸੇ ਗੁਰੂ ਸਾਹਿਬਾਨ ਦੀ ਬਾਣੀ ਹੈ ਚਾਹੇ ਭਗਤ ਸਾਹਿਬਾਨ ਦੀ ਬਾਣੀ ਹੈ। ਸਾਰੀ ਬਾਣੀ ਜਿਹੜੀ ਹੈ ਉਹ ਇੱਕੋ ਲੜੀ ਵਿੱਚ ਪਰੋਈ ਹੈ, ਔਰ ਇਹਦੇ ਸਾਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਹਾਂ, ਇਹ ਆ ਵੀ ਸਾਡੀ ਪੜ੍ਹਨ ਸਮਝਣ ਵਿੱਚ ਸਾਨੂੰ ਦੇਰ ਲੱਗਦੀ ਹੈ, ਉਹਦੇ 'ਚ ਗਲਤੀ ਹੋ ਸਕਦੀ ਹੈ ਸਾਡੇ ਸਮਝਣ ਵਿੱਚ, ਜਿਹਨੂੰ ਕਿਸੇ ਵਿਦਵਾਨ ਕੋਲੋਂ ਜਾਂ ਅੱਛੇ ਹੋਰ ਲਿਟਰੇਚਰ ਤੋਂ ਪੜ੍ਹ ਕੇ ਆਪਣੇ ਆਪ ਨੂੰ ਅਸੀਂ ਠੀਕ ਕਰ ਲਈ। ਧੰਨਵਾਦ ਵੀਰ ਜੀ, ਇੱਕ ਵਾਰ ਫੇਰ ਆਪ ਜੀ ਦਾ। ਆਓ ਸਾਧ ਸੰਗਤ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਹੀ ਬੜਾ ਅਹਿਮ ਹੈ, ਇਹ ਸਾਨੂੰ ਸ਼ਾਇਦ ਭੇਜਿਆ ਹੈਗਾ ਡਾਕਟਰ ਸੁੰਦਰ ਸਿੰਘ ਜੀ ਨੇ ਕਸ਼ਮੀਰ ਤੋਂ। ਉਹ ਇਹ ਹੈ ਕਿ ਆਪ ਜੀ ਦੇਖਦੇ ਹੋ ਕਿ ਜਿਸ ਵੇਲੇ ਗੌੜੀ ਰਾਗ ਦੇ ਵਿੱਚ ਨਾ ਕਈ ਅੱਖਰ, ਜਿੱਥੇ ਲਿਖਿਆ ਗੌੜੀ ਮਹਿਲਾ ਪੰਜਵਾਂ ਜੋ ਵੀ ਹੈ, ਤੇ ਗੌੜੀ ਦੇ ਪੈਰ ਵਿੱਚ ਜਿਹਨੂੰ ਲਟਕਵਾਂ ਅੱਖਰ ਕਹਿੰਦੇ ਨੇ, 1 2 4 6 ਇਹੋ ਜਿਹੇ ਅੱਖਰ ਜਿਹੜੇ ਪਏ, ਤੇ ਕਈ ਵਾਰੀ ਜਿਹੜੇ ਅੱਖਰ ਨੇ ਉਹ ਨਾਲ ਦਾ ਜਿਹੜਾ ਅੱਖਰ ਹੈ ਉਹਦੇ ਵਿੱਚ ਵੀ ਪਏ ਹੁੰਦੇ ਨੇ। ਜਿਵੇਂ ਪੰਜ ਪਦਾ, ਉਹਦੇ 1 ਜਾਂ 2 ਲਿਖਿਆ, ਬਰੀਕ ਕਰਕੇ ਲਿਖਿਆ ਹੁੰਦਾ, ਤੇ ਉਹ ਕਈ ਵਾਰੀ ਸਾਨੂੰ ਅੱਗੇ ਵੀ ਇਹੋ ਜਿਹੀਆਂ ਗੱਲਾਂ ਸਾਡੇ ਜ਼ਿਹਨ 'ਚ ਆਉਂਦੀਆਂ ਨੇ ਵੀ ਇਹ ਥੱਲੇ ਕਰਕੇ ਪੈਰ 'ਚ ਕਿਉਂ ਅੱਖਰ ਲਿਖਿਆ। ਤੇ ਜਿਹੜੇ ਗੌੜੀ ਰਾਗ ਦੇ ਪੈਰ ਵਿੱਚ ਹਿੰਸੇ ਲਿਖੇ ਨੇ 1 2 4 ਆਦਿ, ਇਹਦੇ ਬਾਰੇ ਸਾਡੇ ਨਾਲ ਅੱਜ ਜੁੜੇ ਨੇ ਸਾਡੇ ਪੈਨਲ ਮੈਂਬਰ ਵੀਰ ਸੁਖਵਿੰਦਰ ਸਿੰਘ ਜੀ ਲੁਧਿਆਣਾ ਤੋਂ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਬਈ ਇਹਦੇ ਬਾਰੇ ਉਹ ਸਾਨੂੰ ਦੱਸਣ ਜੀ ਕਿ ਗੌੜੀ ਅੱਖਰ ਦੇ ਪੈਰ ਵਿੱਚ ਜਿਹੜੇ ਹਿੰਸੇ ਪਏ ਨੇ ਉਹਨਾਂ ਦਾ ਕੀ ਅਰਥ ਹੈ, ਕੀ ਸੰਕੇਤ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ ਜਦੋਂ ਅਸੀਂ ਮਹਾਰਾਜ ਦੀ ਬਾਣੀ ਨੂੰ ਪੜ੍ਹਦੇ ਹਾਂ ਜੀ, ਤੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਰਾਗ ਗੌੜੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਕਈ ਜਗ੍ਹਾ ਦੇ ਉੱਤੇ ਗੌੜੀ ਦੇ ਪੈਰ ਥੱਲੇ ਲਟਕਵੇ ਅੰਕ ਗਿਣਤੀਵਾਚਕ ਜਿਹੜੇ ਨੇ ਉਹ ਸਾਨੂੰ ਦਿਖਾਈ ਪੈਂਦੇ ਨੇ। ਹਾਲਾਂਕਿ ਆਪਾਂ ਉਹਨਾਂ ਅੰਕਾਂ ਦਾ ਉਚਾਰਨ ਨਹੀਂ ਕਰਦੇ, ਪਰ ਫਿਰ ਵੀ ਉਹ ਲੱਗੇ ਹੋਏ ਆ। ਤੇ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਕੇਵਲ ਗੌੜੀ ਰਾਗ ਵਿੱਚ ਹੀ ਨਹੀਂ, ਇਹ ਆਸਾ ਰਾਗ ਵਿੱਚ ਵੀ ਸਾਨੂੰ ਪੜ੍ਹਨ ਨੂੰ ਮਿਲਦੇ ਆ ਜੀ। ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ ਲਗਭਗ 38 ਵਾਰ, ਜਿਹੜੇ 38 ਵਾਰ ਇਹ ਵੱਖ-ਵੱਖ ਰਾਗਾਂ ਦੇ ਵਿੱਚ ਇਹ ਲਟਕਵੇ ਅੰਕ ਜਿਹੜੇ ਆ ਉਹ ਲਿਖੇ ਹੋਏ। ਆਮ ਜਿਹੜੀ ਸਿੱਖ ਸੰਗਤ ਆ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਨ ਵਾਲੀ, ਉਸ ਸੰਗਤ ਨੂੰ ਜਿਹੜਾ ਹੈ ਇਹਨਾਂ ਅੰਕਾਂ ਦੇ ਬਾਰੇ ਜਿਹੜਾ ਵਾ ਉਹ ਬਹੁਤਾ ਇਲਮ ਨਹੀਂ। ਇਲਮ ਨਾ ਹੋਣ ਦਾ ਇੱਕ
ਤੋਂ ਵੱਡਾ ਕਾਰਨ ਇਹ ਆ ਕਿ ਬਹੁਤੇ ਵਿਦਵਾਨਾਂ ਵੱਲੋਂ ਜਿਹੜਾ ਹੈ ਕਦੀ ਇਹਦੇ ਬਾਰੇ ਜਿਹੜੀ ਆ ਉਹ ਬਹੁਤੀ ਜਾਣਕਾਰੀ ਡਿਟੇਲ ਦੇ ਵਿੱਚ ਸੰਗਤ ਵਿੱਚ ਨਹੀਂ ਰੱਖੀ ਗਈ। ਹਾਂ, ਜਦੋਂ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਦਾ ਦਰਪਣ ਪੜ੍ਹਦੇ ਹਾਂ, ਜੋ ਉਹਨਾਂ ਨੇ ਟੀਕਾ ਕੀਤਾ ਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਆਪਣੇ ਦਰਪਣ ਦੇ ਵਿੱਚ ਜਿਹੜਾ ਹੈ ਇਹਨਾਂ ਅੰਕਾਂ ਦੇ ਬਾਰੇ ਜਿਹੜੀ ਆ ਉਹ ਲੋੜੀਂਦੀ ਜਾਣਕਾਰੀ ਜਿਹੜੀ ਆ ਉਹ ਸਾਨੂੰ ਜ਼ਰੂਰ ਦਿੱਤੀ ਹੋਈ ਆ। ਇੱਕ ਸਰਦਾਰ ਜੋਗਿੰਦਰ ਸਿੰਘ ਜੀ ਤਲਵਾੜਾ, ਇੱਕ ਸਰਦਾਰ ਹਰਜਿੰਦਰ ਸਿੰਘ ਜੀ ਘੜਸਾਣਾ, ਕੁਝ ਮੈਂ ਕਹਿੰਦਾ ਵੀ ਗਿਣਵੇਂ ਚੁਣਵੇਂ ਵਿਦਵਾਨ ਆ ਜਿਨ੍ਹਾਂ ਨੇ ਲਟਕਵੇਂ ਅੰਕਾਂ ਦੇ ਸੰਬੰਧੀ ਜਾਣਕਾਰੀ ਸਾਨੂੰ ਦਿੱਤੀ ਆ, ਪਰ ਬਹੁਤੇ ਵਿਦਵਾਨਾਂ ਵੱਲੋਂ ਜਿਹੜਾ ਵਾ ਇਹਦਾ ਖੁਲਾਸਾ ਨਹੀਂ ਕੀਤਾ ਗਿਆ। ਸ਼ਾਇਦ ਇਹ ਇੱਕ ਵੱਡਾ ਕਾਰਨ ਆ ਵੀ ਆਮ ਸੰਗਤ ਜਿਹੜੀ ਆ ਇਹਦੇ ਤੋਂ ਬਹੁਤੀ ਜਾਣੂ ਨਹੀਂ ਆ। ਤੋ ਇਹ ਜਿਹੜੇ ਹੁਣ ਸਵਾਲ ਪੈਦਾ ਹੁੰਦਾ ਵੀ ਇਹ ਜਿਹੜੇ ਲਟਕਵੇਂ ਅੰਕ ਆ, ਇਹ ਲਟਕਵੇਂ ਅੰਕ ਕਿਸ ਚੀਜ਼ ਦਾ ਪ੍ਰਤੀਕ ਆ, ਤੇ ਮੈਂ ਬਹੁਤਾ ਜ਼ਿਆਦਾ ਵਿਖਿਆਨ ਨਹੀਂ ਕਰਾਂਗਾ, ਕੇਵਲ ਟੁਕ ਮਾਤਰ ਬੇਨਤੀ ਕਰਾਂਗਾ ਸਮਝਣ ਵਾਸਤੇ। ਇਹ ਗੱਲ ਯਾਦ ਰੱਖੋ, ਜਿਹੜਾ ਲਟਕਵਾਂ ਅੰਕ ਗੌੜੀ ਦੇ ਪੈਰ ਦੇ ਵਿੱਚ ਆ ਜੀ, ਰਾਗ ਗੌੜੀ ਦੇ ਜਾਂ ਆਸਾ ਰਾਗ ਦੇ ਪੈਰ ਵਿੱਚ ਆ, ਉਹ ਲਟਕਵਾਂ ਅੰਕ ਆ ਜੀ ਘਰ ਦਾ ਸੂਚਕ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 17 ਘਰ ਪੜ੍ਹਦੇ ਆ ਜੀ। ਜਿਵੇਂ ਆਪਾਂ ਘਰ ਸ਼ਬਦ ਦੇ ਨਾਲ ਗਿਣਤੀਵਾਚਕ ਅੰਕ ਲਿਖੇ ਹੋਏ ਦੇਖਦੇ ਆ ਤੇ ਆਪਾਂ ਉਹਦਾ ਉਚਾਰਨ ਕਰਦੇ ਆ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਘਰ ਪੰਜਵਾਂ, ਇਸ ਢੰਗ ਦੇ ਨਾਲ। ਗੌੜੀ ਰਾਗ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਭ ਤੋਂ ਵੱਡਾ ਰਾਗ ਆ ਜੀ। ਤੇ ਇਹ ਗੱਲ ਯਾਦ ਰੱਖੋ ਵੀ ਸਾਰੀ ਦੀ ਸਾਰੀ ਗੌੜੀ ਦੇ ਵਿੱਚ, ਸਾਰੇ ਗੌੜੀ ਰਾਗ ਦੇ ਵਿੱਚ ਕਿਤੇ ਵੀ ਵਿਸ਼ੇਸ਼ ਕਰਕੇ ਘਰ ਸ਼ਬਦ ਜਿਹੜਾ ਵਾ ਉਹ ਨਹੀਂ ਵਰਤਿਆ ਹੋਇਆ ਗੁਰੂ ਸਾਹਿਬ ਦੇ ਸਾਰੀ ਬਾਣੀ ਦੇ ਵਿੱਚ, ਸਾਰੇ ਗੌੜੀ ਰਾਗ ਦੇ ਵਿੱਚ। ਪਰ ਹਾਂ, ਗੌੜੀ ਰਾਗ ਦੇ ਵਿੱਚ ਜਿਹੜਾ ਹੈ ਇਹ ਲਟਕਵੇਂ ਅੰਕ ਜਿਹੜੇ ਆ ਉਹ ਜ਼ਰੂਰ ਸਾਨੂੰ ਪੜ੍ਹਨ ਨੂੰ ਮਿਲਦੇ ਆ। ਤੇ ਵਿਸ਼ੇਸ਼ ਕਰਕੇ ਸ਼ਾਇਦ ਕਦੀ ਤੁਸੀਂ ਸਹਿਜ ਪਾਠ ਕਰਦੇ ਧਿਆਨ ਦਿੱਤਾ ਹੋਵੇਗਾ ਵੀ ਅੰਕ ਨੰਬਰ 204 ਤੋਂ ਲੈ ਕੇ 248 ਅੰਕ ਤੱਕ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 204 ਅੰਕ ਤੋਂ ਲੈ ਕੇ 248 ਅੰਕ ਤੱਕ ਜਿਹੜਾ ਵਾ ਗੌੜੀ ਦੇ ਪੈਰ ਦੇ ਹੇਠਾਂ ਜਿਹੜਾ ਵਾ ਉਹ ਲਟਕਵੇਂ ਅੰਕ ਸਾਨੂੰ ਪੜ੍ਹਨ ਨੂੰ ਮਿਲਦੇ ਆ। ਕਿਤੇ ਇੱਕ ਅੰਕ ਲਿਖਿਆ ਹੋਇਆ, ਕਿਤੇ 2, ਕਿਤੇ 3। ਤੇ ਇਹ ਗੱਲ ਯਾਦ ਰੱਖੋ ਵੀ ਜਿੱਥੇ ਵੀ ਗੌੜੀ ਦੇ ਪੈਰ ਦੇ ਹੇਠਾਂ ਤੁਸੀਂ ਇਹ ਅੰਕ ਲਟਕਵਾਂ ਪੜੋਗੇ, ਉੱਥੇ ਸਮਝ ਲੈਣਾ ਵੀ ਇਹ ਘਰ ਦਾ ਸੂਚਕ ਆ। ਹਾਂ, ਇਹ ਆਪਾਂ ਕਹਿ ਸਕਦੇ ਵੀ ਜੇਕਰ ਅਸੀਂ ਆਪਣੇ ਘਰ ਵਿੱਚ ਆਪਣੇ ਨਿੱਜੀ ਲਾਈਫ ਵਾਸਤੇ ਸਹਿਜ ਪਾਠ ਕਰ ਰਹੇ ਹਾਂ, ਜੇ ਅਸੀਂ ਉਹਨੂੰ ਸਪਸ਼ਟ ਅਸੀਂ ਤੌਰ ਦੇ ਉੱਤੇ ਉਹਨੂੰ ਪੜ੍ਹਨਾ ਵਾ ਤੇ ਅਸੀਂ ਘਰ ਪਹਿਲਾ, ਘਰ ਦੂਜਾ, ਘਰ ਤੀਜਾ ਪੜ੍ਹ ਸਕਦੇ ਹਾਂ। ਪਰ ਆਮ ਮੈਂ ਬੇਨਤੀ ਕਰਾਂ ਵੀ ਪੜ੍ਹਨ ਦਾ ਰਿਵਾਜ ਹੈ ਨਹੀਂ, ਪਰ ਜੇ ਅਸੀਂ ਸਪਸ਼ਟ ਜਾਣਕਾਰੀ ਲੈਣਾ ਚਾਹੁੰਦੇ ਹਾਂ ਤੇ ਉਹਨੂੰ ਅਸੀਂ ਘਰ ਪਹਿਲਾ, ਘਰ ਦੂਜਾ, ਘਰ ਤੀਜਾ ਵੀ ਪੜ੍ਹ ਸਕਦੇ ਹਾਂ। ਗੌੜੀ ਦੇ ਰਾਗ ਗੌੜੀ ਦੇ ਪੈਰ ਵਿੱਚ ਉਹਨੂੰ ਉਹ ਘਰ ਦਾ ਸੂਚਕ ਆ ਜੀ। ਆਸਾ ਰਾਗ ਜਦੋਂ ਅਸੀਂ ਪੜ੍ਹਦੇ ਹਾਂ 354 ਅੰਕ ਤੇ 356 ਅੰਕ ਤੇ ਤੁਸੀਂ ਦੇਖੋ, ਉੱਥੇ ਵੀ ਆਸਾ ਰਾਗ ਦੇ ਵਿੱਚ ਜਿਹੜਾ ਹੈ ਆਸਾ ਮਹਿਲਾ ਪਹਿਲਾ ਪੰਚਪਦੇ ਦੇ ਹੇਠਾਂ ਜਿਹੜਾ ਵਾ ਇਹ ਲਟਕਵਾਂ ਅੰਕ ਸਾਨੂੰ ਪੜ੍ਹਨ ਨੂੰ ਮਿਲਦਾ ਵਾ। ਕੇਵਲ ਉੱਥੇ ਨਹੀਂ, ਗੌੜੀ ਰਾਗ ਵਿੱਚ ਜਦੋਂ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਆ, ਭਗਤ ਕਬੀਰ ਸਾਹਿਬ ਦੀ ਬਾਣੀ ਪੜ੍ਹੋ 326 ਪੇਜ ਦੇ ਉੱਤੇ, 327 ਪੇਜ ਦੇ ਉੱਤੇ, 329 ਪੇਜ ਤੇ, ਫਿਰ 322 ਪੇਜ ਦੇ ਉੱਤੇ ਜਿੰਨੇ ਵੀ ਸ਼ਬਦ ਅਸੀਂ ਪੜ੍ਹਦੇ ਆ, ਉੱਥੇ ਵੀ ਤੁਸੀਂ ਦੇਖੋ ਵੀ ਭਗਤ ਕਬੀਰ ਸਾਹਿਬ ਦੀ ਬਾਣੀ ਚ ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਦੇ ਪੈਰ ਦੇ ਹੇਠਾਂ ਇਹ ਲਟਕਵਾਂ ਅੰਕ ਲਿਖਿਆ ਹੋਇਆ ਹੈ। ਗੌੜੀ ਕਬੀਰ ਜੀ ਤੇ ਪਦੇ ਦੇ ਪੈਰ ਦੇ ਹੇਠਾਂ ਜਿਹੜਾ ਵਾ ਅੰਕ ਲਿਖਿਆ ਹੋਇਆ 14 ਨੰਬਰ। ਵੈਸੇ ਤੇ ਉੱਥੇ ਵੱਖੋ ਵੱਖਰੇ ਸ਼ਬਦ ਸ਼ੁਰੂ ਹੋ ਰਹੇ ਆ, ਜਿਵੇਂ ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਲਟਕਵਾਂ ਅੰਕ 2 ਲਿਖਿਆ, ਸ਼ਬਦ ਸ਼ੁਰੂ ਹੋ ਰਿਹਾ ਵਾ ਜੀ ਜਮ ਤੇ ਉਲਟ ਪਏ ਹੈ ਰਾਮ। ਗੌੜੀ ਕਬੀਰ ਜੀ ਤੇ ਪਦੇ ਪੈਰ ਦੇ ਹੇਠਾਂ ਲਟਕਵਾਂ ਅੰਕ ਲਿਖਿਆ 14, ਸ਼ਬਦ ਸ਼ੁਰੂ ਹੋ ਰਿਹਾ ਕੰਚਨ ਸਿਉ ਪਾਈਐ ਨਹੀਂ ਤੋਲ। ਫਿਰ ਗੌੜੀ ਕਬੀਰ ਜੀ ਦੂਪਦੇ ਪੈਰ ਦੇ ਹੇਠਾਂ ਲਟਕਵਾਂ ਅੰਕ ਲਿਖਿਆ ਹੋਇਆ 2, 329 ਨੰਬਰ ਪੇਜ ਦੇ ਉੱਤੇ ਇਹ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦਾ ਹੈ, ਨਾ ਮੈਂ ਜੋਗ ਧਿਆਨ ਚਿਤ ਲਾਇਆ। ਰਾਗ ਗੌੜੀ ਬੈਰਾਗਣ ਦੇ ਪੈਰ ਵਿੱਚ ਲਟਕਵਾਂ ਅੰਕ ਲਿਖਿਆ ਹੋਇਆ 1। ਫਿਰ ਕਬੀਰ ਜੀ ਜੀਵਤ ਪਿਤਰ ਨਾ ਮਾਨੈ ਕੋ 322 ਨੰਬਰ ਪੇਜ ਦੇ ਉੱਤੇ। ਸੋ ਕਈ ਜਗ੍ਹਾ ਦੇ ਉੱਤੇ ਇਹ ਲਟਕਵੇਂ ਅੰਕ ਸਾਨੂੰ ਪੜ੍ਹਨ ਨੂੰ ਮਿਲਦੇ ਆ। ਇਹ ਗੱਲ ਯਾਦ ਰੱਖੋ ਵੀ ਜਿੱਥੇ ਤਾਂ ਟਿੱਪ ਦੇ ਚਾਰ ਤੁਕੇ
ਪੰਚਪਦੇ, ਇਹਨਾਂ ਦੇ ਪੈਰਾਂ ਦੇ ਹੇਠਾਂ ਲਟਕਵੇਂ ਅੰਕ ਲਿਖੇ ਹੋਏ ਨੇ। ਇਹ ਜਿਹੜੇ ਅੰਕ ਨੇ ਇਹ ਗਿਣਤੀ ਬੋਧਕ ਆ ਜੀ, ਇਹ ਸ਼ਬਦਾਂ ਦੀ ਗਿਣਤੀ ਦੇ ਨਾਲ ਇਹਨਾਂ ਦਾ ਸੰਬੰਧ ਆ। ਜਦੋਂ ਤੁਸੀਂ ਜਿਵੇਂ ਮੰਨ ਲਓ ਵੀ ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਦੇ ਪੈਰ ਦੇ ਹੇਠਾਂ 2 ਨੰਬਰ ਅੰਕ ਲਿਖਿਆ ਹੋਇਆ ਹੈ। ਹੁਣ ਇਹਦਾ ਮਤਲਬ ਇਹ ਆ ਵੀ ਇਸ ਤੋਂ ਅੱਗੇ ਇਹ ਜਿਹੜਾ ਸ਼ਬਦ ਆ ਜਮ ਤੇ ਉਲਟ ਪਈ ਹੈ ਰਾਮ, ਹੁਣ ਇਸ ਸ਼ਬਦ ਤੋਂ ਅਗਲੇਰੇ ਜਿਹੜੇ ਸ਼ਬਦ ਆ ਉਹ 4 ਤੁਕੇ ਦੇ ਨਾਲ ਹੀ ਰਿਲੇਟਡ ਸ਼ਬਦ ਹੋਣਗੇ। 4 ਤੁਕੇ ਤੋਂ ਭਾਵ ਆ ਵੀ 4 ਤੁਕਾਂ ਵਾਲੇ ਸ਼ਬਦ, ਜਿਸ ਸ਼ਬਦ ਵਿੱਚ 4 ਤੁਕਾਂ ਹੋਣ ਉਹਨੂੰ ਆਪਾਂ 4 ਤੁਕੇ ਕਹਿ ਦਿੰਦੇ ਆ। ਫਿਰ ਇੱਕ ਹੋਰ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਜੇ ਤਾਂ ਸ਼ਬਦ ਹੁੰਦਾ ਇੱਕੋ ਫਿਰ ਹੋਣਾ ਸੀ 4 ਤੁਕਾ ਜਾਂ ਪੰਚਪਦਾ ਜਾਂ ਤਿਪਦਾ, ਪਰ ਤੁਸੀਂ ਦੇਖੋ ਵੀ ਇਹ ਸਾਰੇ ਸ਼ਬਦ ਨੇ ਬਹੁਵਚਨ। ਤਿਪਦੇ, 4 ਤੁਕੇ, ਪੰਚਪਦੇ, ਇਹ ਸਾਰੇ ਸ਼ਬਦ ਬਹੁਵਚਨ ਆ। ਦੁਪਦੇ, ਦੁਪਦਾ ਨਹੀਂ ਹੈ, ਤਿਪਦਾ ਨਹੀਂ ਹੈ, ਸਾਰੇ ਬਹੁਵਚਨ ਸ਼ਬਦ ਆ ਜੀ। ਬਹੁਵਚਨ ਸ਼ਬਦਾਂ ਦੇ ਪੈਰਾਂ ਦੇ ਹੇਠਾਂ ਹੀ ਅੰਕ ਲਿਖੇ ਹੋਏ ਆ। ਇਹਦਾ ਮਤਲਬ ਇਹ ਆ, ਇੱਥੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਵੀ ਇਹਦਾ ਮਤਲਬ ਇਹ ਆ ਵੀ ਹੁਣ ਇਹ ਜਿਹੜਾ ਸ਼ਬਦ ਆ ਇਹਦੇ ਤੋਂ ਅਗਲੇਰੇ ਸ਼ਬਦ ਜਿਹੜੇ ਆ ਇਸ ਸ਼ਬਦ ਦੇ ਨਾਲ ਹੀ ਤਿਪਦੇ ਵਾਲੇ, ਦੁਪਦੇ ਵਾਲੇ, 4 ਤੁਕੇ ਵਾਲੇ ਜਿਹੜੇ ਸ਼ਬਦ ਨੇ ਉਹ ਇੰਨੇ ਹੋਰ ਅੱਗੇ ਆਉਣਗੇ। ਜਿਵੇਂ 2 ਨੰਬਰ ਅੰਕਾਂ ਤੇ 2 ਸ਼ਬਦ ਹੋਰ ਆਉਣਗੇ, ਜੇ 14 ਨੰਬਰ ਅੰਕਾਂ ਤੇ ਗਿਣਤੀ ਬੋਧਕ 14 ਸ਼ਬਦ ਹੋਰ ਸਾਨੂੰ ਪੜ੍ਹਨ ਨੂੰ ਮਿਲਣਗੇ। ਜੇ 6 ਅੰਕ ਲਿਖਿਆ ਹੋਇਆ ਜਿਵੇਂ ਆਸਾ ਮਹਿਲਾ ਪਹਿਲਾ ਪੰਚਪਦੇ ਪੈਰ ਦੇ ਹੇਠਾਂ 6 ਨੰਬਰ ਅੰਕ ਲਿਖਿਆ, ਇਹਦਾ ਮਤਲਬ ਵੀ ਇਸ ਤੋਂ ਅੱਗੇ ਪੰਚਪਦੇ ਵਾਲੇ ਜਿਹੜੇ ਸ਼ਬਦ ਨੇ ਉਹ 6 ਹੋਰ ਸ਼ਬਦ ਸਾਨੂੰ ਜਿਹੜੇ ਆ ਉਹ ਪੜ੍ਹਨ ਨੂੰ ਮਿਲਣਗੇ। ਤੋ ਜਾਂਦੇ ਜਾਂਦੇ ਮੈਂ ਇੱਕ ਵਾਰ ਫਿਰ ਤੋਂ ਦੁਹਰਾ ਦਿਆਂ, ਜਦੋਂ ਗੌੜੀ ਦੇ ਪੈਰ ਦੇ ਹੇਠਾਂ ਇਹ ਅੰਕ ਤੁਸੀਂ ਪੜੋ ਉਹਦਾ ਮਤਲਬ ਹੈ ਘਰ ਦੇ ਨਾਲ, ਉਹ ਘਰ ਦਾ ਸੂਚਕ ਆ ਜੀ। ਘਰ ਜਿਹੜਾ ਵਾ, ਘਰ ਸ਼ਬਦ ਜਿਹੜਾ ਵਾ ਇਹਦਾ ਜਿਹੜਾ ਅਰਥ ਹੈ ਇਹ ਮੈਂ ਤੁਹਾਡੇ ਨਾਲ ਬੇਨਤੀ ਸਾਂਝੀ ਕਰਨਾ ਚਾਹਾਂਗਾ ਵੀ ਘਰ ਦਾ ਭਾਵ ਹੁੰਦਾ ਸੰਬੰਧਿਤ ਰਾਗ ਦੇ ਸਰਗਮ ਪਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਇਹ ਘਰ ਦਾ ਮਤਲਬ ਆ ਜੀ। ਸੰਬੰਧਿਤ ਰਾਗ ਦੇ ਸਰਗਮ ਪਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਇਹ ਜਿਹੜਾ ਤਬਲਾ ਵਾਦਕ ਤਬਲਾ ਵਜਾਉਂਦਾ ਵਾ ਨਾ ਜੀ, ਉਹਦੇ ਨਾਲ ਇਹ ਰਿਲੇਟਡ ਆ ਜੀ ਘਰ ਸ਼ਬਦ। ਤੋ ਇਹ ਤਾਲ ਦੇ ਨਾਲ ਰਿਲੇਟਡ ਘਰ ਸ਼ਬਦ ਆ, ਇਹਦਾ ਇਹ ਅਰਥ ਭਾਵ ਆ। ਤੋ ਗੌੜੀ ਦੇ ਪੈਰ ਦੇ ਹੇਠਾਂ ਲਟਕਵੇਂ ਅੰਕ ਘਰ ਦੇ ਬੋਧਕ ਆ, ਘਰ ਦਾ ਸੂਚਕ ਆ। ਪਰ ਜਿਹੜੇ ਅੰਕ ਲਿਖੇ ਹੋਏ ਨੇ 30 ਪਦੇ, 4 ਤੁਕੇ, ਪੰਚਪਦੇ, ਉਹਨਾਂ ਦੇ ਪੈਰਾਂ ਦੇ ਹੇਠ ਲਟਕਵੇਂ ਅੰਕ ਜਿਹੜੇ ਆ ਉਹ ਸ਼ਬਦਾਂ ਦੀ ਗਿਣਤੀ ਬੋਧਕ ਦੇ ਸੂਚਕ ਆ ਵੀ ਇਸ ਸ਼ਬਦ ਤੋਂ ਅੱਗੇ ਹੋਰ 4 ਤੁਕੇ ਵਾਲੇ, ਤਿਪਦੇ ਵਾਲੇ, ਦੁਪਦੇ ਵਾਲੇ ਜਿਹੜੇ ਨੇ ਉਹ ਜਿਹੜੇ ਸ਼ਬਦ ਨੇ ਉਹ ਸਾਨੂੰ ਪੜ੍ਹਨ ਨੂੰ ਮਿਲਣਗੇ। ਤੋ ਇੱਥੇ ਤੱਕ ਹੀ ਜਿਹੜਾ ਹੈ ਮੈਂ ਇਹਦੀ ਜਾਣਕਾਰੀ ਪ੍ਰਾਪਤ ਕਰ ਸਕਿਆ ਵਾਂ। ਜੇ ਹੋਰ ਕਿਸੇ ਨੇ ਮੇਰੇ ਨਾਲੋਂ ਮੇਰੀ ਖੋਜ ਨਾਲੋਂ ਹੋਰ ਕਿਸੇ ਨੇ ਇਸ ਖੋਜ ਵਿੱਚ ਵਾਧਾ ਕਰਨਾ ਹੋਵੇ ਤੇ ਉਹ ਵੀ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨ, ਕਿਉਂਕਿ ਹੋ ਸਕਦਾ ਵੀ ਕਿਤੇ ਮੈਂ ਰੋਂਗ ਹੋਵਾਂ, ਕਿਤੇ ਮੈਂ ਗਲਤ ਹੋਵਾਂ। ਤੇ ਜੇ ਕਿਸੇ ਨੇ ਹੋਰ ਇਹਦੇ ਤੇ ਡਿਟੇਲ ਦੇ ਵਿੱਚ ਕੋਈ ਜਾਣਕਾਰੀ ਪ੍ਰਾਪਤ ਕੀਤੀ ਹੋਵੇ ਤੇ ਉਹ ਵੀ ਜਿਹੜਾ ਹੈ ਇਸ ਕਲਾਸ ਵਿੱਚ ਜ਼ਰੂਰ ਦੱਸਣ ਦੀ ਕਿਰਪਾਲਤਾ ਕਰੇ। ਅਤੀ ਧੰਨਵਾਦੀ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸੁਖਿੰਦਰ ਸਿੰਘ ਜੀ, ਤੁਸੀਂ ਸਾਨੂੰ 3 ਗੱਲਾਂ ਬੜੀਆਂ ਸਪਸ਼ਟ ਦੱਸੀਆਂ ਨੇ। ਜੇ ਪੈਰ ਹੋਵੇ ਰਾਗ ਦੇ ਪੈਰ ਵਿੱਚ ਤਾਂ ਉਹਦਾ ਮਤਲਬ ਹੈ ਉਹ ਘਰ ਹੈ, ਘਰ ਦਾ ਸੂਚਕ ਹੈ। ਜੇਕਰ ਤਿਪਦੇ ਪੰਚਪਦੇ ਦੇ ਨਾਲ ਅਗਰ ਅੱਖਰ ਹੈ ਇਹਦਾ ਮਤਲਬ ਉਹਨੇ ਹੋਰ ਆ ਰਹੇ ਨੇ। ਔਰ ਤੀਜੀ ਗੱਲ ਬੜੀ ਵਧੀਆ ਦੱਸੀ ਹੈ ਵੀ ਜੇ ਜ਼ਿਆਦਾ ਨਾ ਹੋਣ ਤਾਂ ਫਿਰ ਤਾਂ ਦੁਪਦਾ, ਤਿਪਦਾ, ਚੌਤੁਕਾ ਆਉਣਾ ਸੀ। ਪਰ ਕਿਉਂਕਿ ਉਹਨਾਂ ਨਾਲ ਅੱਖਰ ਲੱਗਿਆ ਉਹਦੇ ਨਾਲ ਦੇ 2, 4, 6 ਜਿੰਨੇ ਵੀ ਲਿਖੇ ਨੇ, ਹੋਰ ਪੰਡਿਤ ਨੇ ਤੇ ਬਹੁਵਚਨ ਬਣਾ ਕੇ ਉਹਨੂੰ ਤਿਪਦੇ ਲਿਖਿਆ, ਦੁਪਦੇ ਲਿਖਦੇ। ਸੋ ਇਹ ਬੜੀ ਅੱਛੀ ਜਾਣਕਾਰੀ ਤੁਸੀਂ ਦਿੱਤੀ ਹੈ ਜੀ, ਬੜੀ ਡੂੰਘੀ ਜਾਣਕਾਰੀ ਹੈ। ਆਪ ਜੀ ਦਾ ਧੰਨਵਾਦ। ਔਰ ਮੈਂ ਉਮੀਦ ਕਰਦਾ ਕਿ ਜਿਨ੍ਹਾਂ ਦਾ ਸਵਾਲ ਆਇਆ ਔਰ ਬਾਕੀ ਸੰਗਤ ਨੂੰ ਵੀ ਇਹ ਜੋ ਕਲੈਰੀਫਿਕੇਸ਼ਨ ਮਿਲੀ ਹੈ, ਅੱਗੋਂ ਪਾਠ ਕਰਨ ਲੱਗਿਆ ਸਾਨੂੰ ਹੋਰ ਆਸਾਨੀ ਹੋਏਗੀ। ਬਹੁਤ ਬਹੁਤ ਧੰਨਵਾਦ। ਤੋ ਸਾਧ ਸੰਗਤ ਜੀ, ਸਮਾਂ ਦੌੜ ਰਿਹਾ, ਕੁਐਸਚਨ ਸਾਡੇ ਕੋਲ ਹਨ। ਅਗਲਾ ਕੁਐਸਚਨ ਜਿਹੜਾ ਹੈ ਉਹ ਸਿੱਖ ਇਤਿਹਾਸ ਨਾਲ ਸੰਬੰਧ ਰੱਖਦਾ ਹੈ, ਸ੍ਰੀ ਅਕਾਲ ਤਖਤ ਸਾਹਿਬ ਨਾਲ। ਸਾਡੇ ਕੋਲ ਸਵਾਲ ਆਇਆ ਵੀ ਅਕਾਲ ਤਖਤ ਸਾਹਿਬ ਦਾ ਕਾਰਜ ਖੇਤਰ ਕੀ ਹੈ। ਤੋ ਇਹ ਜਿਹੜਾ ਸਵਾਲ ਹੈ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਸਾਹਿਬ ਮਨਮੋਹਨ ਸਿੰਘ ਜੀ ਦਾ ਜਿਹੜਾ ਹੈ ਉਹ ਨੈਟਵਰਕ ਬਹੁਤਾ ਵਧੀਆ ਨਹੀਂ ਉੱਧਰ ਚੱਲਦਾ ਤੇ ਉਹ ਆਮ ਤੌਰ ਤੇ ਵਿੱਚੋਂ ਕੱਟਿਆ ਜਾਂਦਾ। ਇਸ ਡਰੋਂ ਅਸੀਂ ਉਹਨਾਂ ਕੋਲੋਂ ਰਿਕਾਰਡ ਕਰਾਇਆ ਔਰ ਆਪ ਜੀ ਉਹਨਾਂ ਦੀ ਰਿਕਾਰਡਿੰਗ ਜਿਹੜੀ ਹੈ ਉਹ ਸੁਣ ਲਓ। ਇਸ ਉੱਤਰ ਸਵਾਲ ਹੈ ਕਿ ਅਕਾਲ ਤਖਤ ਸਾਹਿਬ ਦਾ ਕਾਰਜ ਖੇਤਰ ਕੀ ਹੈ।
ਅੱਜ ਦੀ ਇਸ ਧਾਰਮਿਕ ਕਲਾਸ ਵਿੱਚ ਹਾਜ਼ਰ ਸਾਰੇ ਗੁਰਮੁਖ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਵੀਰ ਜੀ ਨੇ ਸਵਾਲ ਪੜਿਆ ਹੈ, ਅਕਾਲ ਤਖਤ ਸਾਹਿਬ ਜੀ ਦਾ ਕਾਰਜ ਖੇਤਰ ਕੀ ਹੈ? ਸੋ ਇਸ ਸਵਾਲ ਦੇ ਜਵਾਬ ਤੋਂ ਪਹਿਲਾਂ ਸਾਨੂੰ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਿਉਂ ਕਰਕੇ ਕੀਤੀ ਗਈ। ਸੋ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਿਕ ਸਰਬਤ ਖਾਲਸਾ ਦੇ ਦੀਵਾਨਾਂ ਦੀ ਮੰਜੀ ਹੈ। ਅਕਾਲ ਤਖਤ ਤੋਂ ਭਾਵ ਹੈ ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ। ਦੁਨੀਆ ਦੇ ਤਖਤ ਸਮੇਂ ਦੀ ਮਾਰ ਵਿੱਚ ਹਨ, ਪਰ ਅਕਾਲ ਦਾ ਤਖਤ ਸਦੀਵੀ ਹੈ, ਜੁਗੋ ਜੁਗ ਅਟਲ ਹੈ। ਮੀਰੀ ਪੀਰੀ ਦਾ ਸੰਕਲਪ ਰੂਹਾਨੀ ਤੇ ਰਾਜਨੀਤਿਕ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਦਰਬਾਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਿਕ ਪ੍ਰਸਤਾਂ ਨੂੰ ਪੇਸ਼ ਕਰ ਰਿਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਧਾਰਮਿਕ ਅਤੇ ਰਾਜਨੀਤਿਕ ਆਜ਼ਾਦੀ ਦਾ ਸੰਕਲਪ ਸਮਝਾਉਂਦੇ ਹੋਏ ਸੰਤ ਸਿਪਾਹੀਆਂ ਦੀ ਕੌਮ ਦੀ ਨੀਂਹ ਰੱਖੀ ਸੀ। ਜਿੱਥੇ ਸਤਿਗੁਰੂ ਜੀ ਨੇ ਧਾਰਮਿਕ ਖੇਤਰ ਵਿੱਚ ਪਸਰੇ ਪਾਖੰਡਵਾਦ, ਧਾਰਮਿਕ ਲੁੱਟ ਖਸੁੱਟ, ਅੰਧ ਵਿਸ਼ਵਾਸਾਂ ਅਤੇ ਅਖੌਤੀ ਧਾਰਮਿਕ ਪੁਰਸ਼ਾਂ ਵੱਲੋਂ ਕੁਚਲੀ ਜਾ ਰਹੀ ਮਨੁੱਖਤਾ ਦੀ ਆਜ਼ਾਦੀ ਲਈ ਆਵਾਜ਼ ਚੁੱਕੀ ਅਤੇ ਜਨਤਾ ਨੂੰ ਸੁਚੇਤ ਕੀਤਾ ਕਿ ਸ਼ਰਮ ਧਰਮ ਦੋਏ ਛੱਪ ਖਲੋਏ, ਕੋੜ ਫਿਰੈ ਪ੍ਰਧਾਨ ਵੇ ਲਾਲੋ, ਕਿ ਧਰਮ ਦੇ ਖੇਤਰ ਵਿੱਚ ਹੁਣ ਧਰਮ ਨਹੀਂ ਰਿਹਾ, ਅਧਰਮੀ ਲੋਕਾਂ ਦਾ ਧਰਮ ਦੇ ਉੱਤੇ ਜੋ ਹੈ ਉਹ ਕਬਜ਼ਾ ਹੋ ਗਿਆ ਹੈ। ਸ਼ਰਮ ਧਰਮ ਦੋਏ ਛੱਪ ਖਲੋਏ, ਕੋੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਮਨਾ ਕੀ ਗਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਹੁਣ ਧਰਮ ਦੇ ਜੋ ਅਸਲੀ ਧਰਮੀ ਨੇ ਉਹ ਨੌਕਰ ਵਿੱਚ ਨੇ ਅਤੇ ਜੋ ਸ਼ੈਤਾਨ ਹੈ ਉਹ ਧਰਮ ਦਾ ਕੰਮ ਕਰ ਰਿਹਾ ਹੈ। ਉਹ ਕਾਜੀਆਂ ਤੇ ਬਾਹਮਣਾਂ ਦਾ ਕੰਮ ਜੋ ਸੀ ਧਰਮ ਵਾਲਾ ਕੰਮ ਉਹ ਕਰ ਰਿਹਾ ਹੈ। ਅਤੇ ਸਤਿਗੁਰੂ ਪਾਤਸ਼ਾਹ ਨੇ ਧਾਰਮਿਕ ਪੁਰਸ਼ਾਂ ਦਾ ਜੋ ਕਿਰਦਾਰ ਸੀ ਉਹ ਉਸ ਵੇਲੇ ਨੰਗਾ ਕੀਤਾ। ਇਹ ਸਮਝਾਇਆ, ਮਾਨਸ ਖਾਨੇ ਕਰੇ ਨਿਵਾਜ, ਛੁਰੀ ਵਗਾਇਣ ਤਿਨ ਗਲਤਾਗ, ਤਿਨ ਕਰ ਬ੍ਰਾਹਮਣ ਪੂਰੇ ਨਾਦ, ਤਿਨਾ ਪਿਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੋੜ ਰਿਹਾ ਭਰਪੂਰ। ਸਤਿਗੁਰੂ ਪਾਤਸ਼ਾਹ ਨੇ ਜੋ ਉਸ ਵੇਲੇ ਦਾ ਧਾਰਮਿਕ ਪੁਰਸ਼ ਸੀ ਉਸ ਦੇ ਕਿਰਦਾਰ ਨੂੰ ਨੰਗਾ ਕਰਦੇ ਹੋਏ ਇੱਥੇ ਦੀ ਜਨਤਾ ਜੋ ਸੀ ਉਸ ਨੂੰ ਜੋ ਸੀ ਉਹਨਾਂ ਤੋਂ ਆਜ਼ਾਦੀ ਦਿਵਾਉਣ ਲਈ ਇੱਕ ਕੋਸ਼ਿਸ਼ ਕੀਤੀ ਕਿ ਜਨਤਾ ਜਾਗ ਜਾਵੇ, ਅਖੌਤੀ ਧਾਰਮਿਕ ਲੋਕਾਂ ਦੇ ਚੁੰਗਲ ਚੋਂ ਨਿਕਲ ਕੇ ਸੱਚ ਧਰਮ ਨੂੰ ਪਹਿਚਾਣ ਲਵੇ। ਅਤੇ ਸਮੇਂ ਦੇ ਰਾਜਨੀਤਿਕਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਵੰਗਾਰ ਦਿੰਦੇ ਹੋਏ ਇੱਥੇ ਦੀ ਜਨਤਾ ਨੂੰ ਰਾਜਨੀਤਿਕ ਤੌਰ ਦੇ ਉੱਤੇ ਗੁਲਾਮੀ ਦੀਆਂ ਜੰਜੀਰਾਂ ਚੋਂ ਬਾਹਰ ਨਿਕਲ ਕੇ ਆਜ਼ਾਦ ਹੋਣ ਦਾ ਤੇ ਸੱਚ ਰਾਜ ਕਾਇਮ ਕਰਨ ਦਾ ਇੱਕ ਹੁੰਗਾਰਾ ਦਿੱਤਾ, ਇੱਕ ਸੁਨੇਹਾ ਦਿੱਤਾ। ਇਹ ਬਹੁਤ ਵੱਡੀ ਗੱਲ ਸੀ ਜਦੋਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਮਹਿੰਦਾ ਪਾਇਣ ਘਾਓ, ਰਤ ਪਿੱਤ ਕੁੱਤਿਓ ਚਟ ਜਾਓ। ਰਤ ਪੀਨੇ ਰਾਜੇ ਸਿਰਾ ਉੱਪਰ ਰੱਖੀ ਹੈ, ਇਹ ਵੈ ਜਾਪੈ ਪਾਓ। ਸਮੇਂ ਦੇ ਹਾਕਮਾਂ ਨੂੰ ਇਸ ਤਰ੍ਹਾਂ ਦੀ ਵੰਗਾਰ ਦੇਣੀ, ਉਹਨਾਂ ਨੂੰ ਜੋ ਸੀ ਜ਼ਾਲਮ ਕਹਿਣਾ ਬਹੁਤ ਵੱਡੀ ਗੱਲ ਸੀ। ਬਾਬਰ ਨੂੰ ਘੋੜੇ ਦੀਆਂ ਲਗਾਮਾਂ ਤੋਂ ਪਕੜ ਕੇ ਇਹ ਗੱਲ ਕਹਿ ਦਿੱਤੀ ਸੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਬਾਬਰ ਤੂੰ ਜਾਬਰ ਹੈ। ਸਮਾਂ ਚੱਲਦਾ ਗਿਆ, ਸਤਿਗੁਰੂ ਨਾਨਕ ਪਾਤਸ਼ਾਹ ਦੀ ਜੋ ਇਹ ਵੰਗਾਰ ਸੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਸ ਨੇ ਜਨਤਾ ਦੇ ਅੰਦਰ ਅਣਖ ਤੇ ਗੈਰਤ ਨੂੰ ਭਰਿਆ, ਸਿਰ ਚੁੱਕ ਕੇ ਚੱਲਣ ਦੀ ਜੋ ਸੀ ਜਾਚ ਸਿਖਾਈ। ਇਹਨਾਂ ਨੂੰ ਆਪਣੇ ਧਾਰਮਿਕ, ਸਮਾਜਿਕ, ਰਾਜਨੀਤਿਕ ਜੋ ਹੱਕ ਸਨ ਲੈਣ ਦੇ ਵਾਸਤੇ ਤਤਪਰ ਕੀਤਾ, ਤਾਂ ਕਿ ਇਹ ਸਮੇਂ ਦੇ ਜ਼ਾਲਮ ਲੋਕਾਂ ਵਿਰੁੱਧ, ਸਮੇਂ ਦੀ ਹੁੰਦੀ ਧਾਰਮਿਕ ਲੁੱਟ ਖਸੁੱਟ ਦੇ ਵਿਰੁੱਧ ਖੜੇ ਹੋ ਸਕਣ। ਪੰਚਮ ਗੁਰਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਹਾਲਾਤਾਂ ਨੂੰ ਦੇਖਦੇ ਹੋਏ ਸਤਿਗੁਰੂ ਜੀ ਨੇ ਆਪਣੇ ਸੁਪੁੱਤਰ ਹਰਗੋਬਿੰਦ ਜੀ ਨੂੰ ਇਹ ਗੱਲ ਸਪਸ਼ਟ ਤੌਰ ਤੇ ਉੱਤੇ ਸਮਝਾ ਦਿੱਤੀ ਸੀ ਕਿ ਬਦੀ ਦੀਆਂ ਤਾਕਤਾਂ, ਬਦੀ ਦਾ ਤਖਤ ਭਾਵੇਂ ਉਹ ਧਾਰਮਿਕ ਹੈ ਭਾਵੇਂ ਰਾਜਨੀਤਿਕ ਹੈ, ਇਹਨਾਂ ਨੇ ਆਪਸ ਵਿੱਚ ਗੱਠਜੋੜ ਕਰ ਲਿਆ ਹੈ। ਇਹ ਧਰਮ ਨੂੰ ਕੁਚਲਣ ਲਈ ਤਤਪਰ ਹਨ। ਅਸੀਂ ਜ਼ਾਲਮ ਨੂੰ ਸਮਝਾਉਣ ਜਾ ਰਹੇ ਹਾਂ। ਜੇ ਤਾਂ ਜ਼ਾਲਮ ਦਲੀਲਾਂ ਨਾਲ ਸਮਝ ਗਿਆ ਤਾਂ ਠੀਕ, ਨਹੀਂ ਤਾਂ ਇਸ ਨੂੰ ਮੈਦਾਨੇ ਜੰਗ ਵਿੱਚ ਵੰਗਾਰਨਾ ਪਵੇਗਾ। ਸਤਿਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ 1606 ਦੇ ਵਿੱਚ ਜੂਨ ਦੇ ਮਹੀਨੇ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਸਮੇਂ ਦੇ ਉਹ ਜੋ ਰਾਜਨੀਤਿਕ ਜ਼ਾਲਮ ਸਨ ਉਹਨਾਂ ਨੂੰ ਅਤੇ ਜੋ ਧਾਰਮਿਕ ਉਹਨਾਂ ਦੇ ਨਾਲ ਗੱਠਜੋੜ ਸੀ, ਜੋ ਮਨੁੱਖਤਾ ਨੂੰ ਗੁਲਾਮ ਕਰਕੇ ਰੱਖਣਾ ਚਾਹੁੰਦੇ ਸਨ, ਉਹਨਾਂ ਨੂੰ ਇੱਕ ਸਪਸ਼ਟ ਸੁਨੇਹਾ ਦੇ ਦਿੱਤਾ ਕਿ ਇਹ ਤਖਤ ਜੋ ਹੈ ਇਹ ਦੁਨਿਆਵੀ ਝੂਠੇ ਦਿੱਲੀ ਦੇ ਤਖਤ ਜਾਂ ਕਿਸੇ ਵੀ ਤਖਤ ਦਾ ਮੁਕਾਬਲਾ ਕਰਨ ਵਾਸਤੇ
ਅਕਾਲ ਦਾ ਤਖਤ ਸਦੀਵੀ ਤੌਰ ਦੇ ਉੱਤੇ ਜੋ ਅਟਲ ਹੋਵੇਗਾ। ਤੇ ਇਹਦੇ ਵਾਸਤੇ ਪੁਰਾਤਨ ਹਵਾਲਿਆਂ ਵਿੱਚ ਗਵਾਹੀ ਲੱਭਦੀ ਹੈ ਕਿ ਸਹਿ ਰਾਜ ਨੇ ਹੱਥ ਲਗਾਇਓ ਬੁੱਢਾ ਅਰ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਆਪ ਨਾਲ ਹੋ ਕੇ ਉੱਥੇ ਇਸ ਤਖਤ ਨੂੰ ਸਤਿਗੁਰੂ ਪਾਤਸ਼ਾਹ ਦੀ ਨਿਗਰਾਨੀ ਥੱਲੇ ਇਹ ਤਿਆਰ ਕੀਤਾ, ਜਿਸ ਦਾ ਮੂੰਹ ਸਿੱਧਾ ਦਿੱਲੀ ਵੱਲ ਸੀ ਅਤੇ ਇਸ ਦੀ ਜੋ ਉਚਾਈ ਸੀ ਥੜੇ ਦੀ ਇਹ ਦਿੱਲੀ ਤਖਤ ਤੋਂ ਉੱਚੀ ਸੀ। ਇਹ ਸਿੱਧੀ ਸਿੱਧੀ ਇੱਕ ਵੰਗਾਰ ਸਮੇਂ ਦੇ ਜ਼ਾਲਮਾਂ ਨੂੰ ਸੀ, ਭਾਵੇਂ ਉਹ ਰਾਜਨੀਤਿਕ ਸਨ, ਭਾਵੇਂ ਉਹ ਧਾਰਮਿਕ ਜ਼ੁਲਮ ਕਰਨ ਵਾਲੇ ਜਾਂ ਸਮਾਜਿਕ ਸਨ, ਕੋਈ ਵੀ ਸਨ। ਪਹਿਲਾ ਹੁਕਮਨਾਮਾ ਸਤਿਗੁਰੂ ਪਾਤਸ਼ਾਹ ਨੇ ਇੱਥੋਂ ਜਾਰੀ ਕੀਤਾ ਸੀ ਕਿ ਅੱਜ ਤੋਂ ਮੇਰੀ ਭੇਟਾ ਵਧੀਆ ਘੋੜੇ, ਵਧੀਆ ਜਵਾਨੀ ਤੇ ਵਧੀਆ ਸ਼ਸਤਰ ਹੋਣਗੇ। ਇਸ ਦਾ ਕਾਰਜ ਖੇਤਰ ਸਿੱਖਾਂ ਦੇ ਧਾਰਮਿਕ ਸਮਾਜਿਕ ਮਸਲਿਆਂ ਦਾ ਹੱਲ ਅਤੇ ਰਾਜਨੀਤਿਕ ਪ੍ਰਭੂਸੱਤਾ ਨੂੰ ਸੂਝ-ਬੂਝ ਤੇ ਅਗਵਾਈ ਕਰਨੀ ਸੀ। ਗੁਰੂ ਕਾਲ ਵੇਲੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਆਪਣੇ ਸਮੇਂ ਦੇ ਅੰਦਰ ਇਸ ਤਖਤ ਤੇ ਬੈਠ ਕੇ ਹੁਕਮਨਾਮੇ ਜਾਰੀ ਕੀਤੇ। ਸਮੇਂ ਦੇ ਜ਼ਾਲਮ ਜੋ ਸਰਕਾਰਾਂ ਸਨ ਉਹਨਾਂ ਨੂੰ ਵੰਗਾਰਿਆ, ਸਿੱਖਾਂ ਦੇ ਜੋ ਮਸਲੇ ਸਨ ਉਹਨਾਂ ਦੀ ਵਿਚਾਰ ਕੀਤੀ ਜਾਂਦੀ ਰਹੀ ਤੇ ਹੱਲ ਕੱਢੇ ਜਾਂਦੇ ਰਹੇ। ਅਤੇ ਉਸ ਤੋਂ ਬਾਅਦ ਇਹ ਜੋ ਸੀ ਸਿੱਖਾਂ ਦੇ ਰਾਜਨੀਤਿਕ ਪ੍ਰਭੂਸੱਤਾ ਨੂੰ ਸੂਝ-ਬੂਝ ਤੇ ਅਗਵਾਈ ਕਰਨੀ, ਧਾਰਮਿਕ ਮਸਲਿਆਂ ਦਾ, ਸਮਾਜਿਕ ਮਸਲਿਆਂ ਦਾ ਹੱਲ ਕੱਢਣਾ ਇਸ ਦਾ ਕਾਰਜ ਖੇਤਰ ਸੀ। ਰਾਜਨੀਤਿਕ ਚੇਤਨਤਾ ਜੋ ਧਰਮ ਦੇ ਅਧੀਨ ਹੋਵੇ ਪੈਦਾ ਕਰਨੀ ਸੀ। 18ਵੀਂ ਸਦੀ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਕਾਰਜ ਖੇਤਰ ਦੀ ਬਾਖੂਬੀ ਫਰਜ਼ ਨਿਭਾਇਆ, ਜਿਸ ਕਾਰਨ ਪੰਜਾਬ ਦੀ ਧਰਤੀ ਅਤੇ ਭਾਰਤ ਚੋਂ ਜ਼ੁਲਮੀ ਮੁਗਲ ਰਾਜ ਦਾ ਅੰਤ ਹੋਇਆ, ਜਿਹਦੇ ਬਾਰੇ ਵਿੱਚ ਭਾਰਤ ਦਾ ਕੋਈ ਵੀ ਬਸ਼ਿੰਦਾ ਰਹਿਣ ਵਾਲਾ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਇਤਨਾ ਸ਼ਕਤੀਸ਼ਾਲੀ ਰਾਜ ਭਾਗ ਇਸ ਭਾਰਤ ਦੀ ਧਰਤੀ ਤੋਂ ਉਜੜ ਸਕਦਾ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਉੱਥੇ ਮਿਲਣ ਵਾਲੀ ਅਗਵਾਈ ਹੀ ਸੀ, ਜਿਹਦੇ ਕਾਰਨ ਇਹ ਮੁਗਲ ਰਾਜ ਦੀਆਂ ਜੜ੍ਹਾਂ ਜੋ ਸਨ ਉਹ ਇੱਥੋਂ ਪੁੱਟੀਆਂ ਗਈਆਂ। ਪਹਿਲਾ ਮਿਸਲਾਂ ਦਾ ਰਾਜ ਅਤੇ ਫਿਰ ਸ਼ਕਤੀਸ਼ਾਲੀ ਸਿੱਖ ਰਾਜ ਬਣਿਆ। ਇਸ ਦਾ ਕਾਰਜ ਖੇਤਰ ਸਿੱਖਾਂ ਦੇ ਧਾਰਮਿਕ ਤੇ ਸਮਾਜਿਕ ਰਾਜਨੀਤਿਕ ਮਸਲਿਆਂ ਨੂੰ ਵਿਚਾਰਨਾ, ਉਸ ਦਾ ਹੱਲ ਕੱਢਣਾ ਜੋ ਸਰਬ ਪ੍ਰਵਾਨਿਤ ਹੋਵੇ, ਇਹ ਕਾਰਜ ਖੇਤਰ ਸੀ। ਇਸ ਦੇ ਉੱਤੇ ਹੋਣ ਵਾਲੇ ਫੈਸਲੇ ਸਰਬਤ ਖਾਲਸਾ ਕਰਿਆ ਕਰਦਾ ਸੀ, ਜਿਸ ਤੋਂ ਭਾਵ ਸਾਰੇ ਸਿੱਖ ਪੰਥ ਦੀਆਂ ਧਾਰਮਿਕ ਸੰਸਥਾਵਾਂ ਜੋ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਸਮਰਪਿਤ ਹੋਣ, ਉਹਨਾਂ ਦਾ ਇੱਥੇ ਇਕੱਠ ਹੋਣਾ, ਮਸਲਿਆਂ ਨੂੰ ਵਿਚਾਰਿਆ ਜਾਣਾ, ਫਿਰ ਉਹਨਾਂ ਦੇ ਨੁਮਾਇੰਦੇ ਜਿੰਨੀਆਂ ਵੀ ਉਹ ਧਾਰਮਿਕ ਤੇ ਸੰਸਥਾਵਾਂ ਨੇ ਜਾਂ ਜੋ ਸਿੱਖਾਂ ਦੀਆਂ ਸਿਰਮੌਰ ਜਥੇਬੰਦੀਆਂ ਸਨ, ਉਹਨਾਂ ਦੇ ਵਿੱਚੋਂ ਉਹਨਾਂ ਦੇ ਨੁਮਾਇੰਦੇ ਜੋ ਸਨ ਮੰਗੇ ਜਾਂਦੇ ਸਨ। ਉਹ ਇੱਕ ਦੋ ਨੁਮਾਇੰਦੇ ਜਿੰਨੇ ਮੰਗੇ ਜਾਂਦੇ ਨੇ ਉਹ ਦਿੱਤੇ ਜਾਂਦੇ ਸਨ। ਇੱਕ ਕਮੇਟੀ ਬਣਾ ਲਈ ਜਾਂਦੀ, ਫਿਰ ਉੱਥੇ ਫੈਸਲਾ ਕੀਤਾ ਜਾਂਦਾ। ਫਿਰ ਉਸ ਫੈਸਲੇ ਨੂੰ, ਉਸ ਮਸਲੇ ਨੂੰ ਜਦੋਂ ਵਿਚਾਰਨ ਤੋਂ ਬਾਅਦ ਫੈਸਲਾ ਹੁੰਦਾ, ਉਹ ਸਰਬ ਪ੍ਰਵਾਨਿਤ ਫੈਸਲਾ ਜਿਸ ਦਾ ਗੁਰਮਤਾ ਕਰਕੇ ਉਥੋਂ ਇੱਕ ਜਥੇਦਾਰ ਨਿਯੁਕਤ ਕਰ ਲਿਆ ਜਾਂਦਾ, ਚੁਣ ਲਿਆ ਜਾਂਦਾ, ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਗੁਰੂ ਪੰਥ ਦਾ ਹੁਕਮ ਜਾਂ ਫੈਸਲਾ ਸੁਣਾਉਂਦਾ। ਇਹ ਤਰੀਕਾਕਾਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਨੂੰ ਉਜਾਗਰ ਤੇ ਪਰਪੱਕ ਕਰਦਾ ਸੀ, ਜਿਹਦੇ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਜੋ ਸਿੱਖਾਂ ਦੀਆਂ ਸਰਵਉੱਚ ਧਾਰਮਿਕ ਜਥੇਬੰਦੀਆਂ ਵੱਲੋਂ, ਉਹਨਾਂ ਦੇ ਨੁਮਾਇੰਦਿਆਂ ਵੱਲੋਂ ਮਸਲੇ ਦੀ ਵਿਚਾਰ ਤੋਂ ਬਾਅਦ ਜੋ ਫੈਸਲਾ ਲਿਆ ਜਾਂਦਾ, ਉਹ ਇੱਕ ਜਥੇਦਾਰ ਦੇ ਰੂਪ ਦੇ ਵਿੱਚ ਜੋ ਸੀ ਕੌਮ ਨੂੰ ਸੁਣਾਇਆ ਜਾਂਦਾ, ਜਿਹਦੇ ਵਿੱਚ ਉਹ ਗੁਰੂ ਪੰਥ ਤੇ ਗੁਰੂ ਗ੍ਰੰਥ ਦਾ ਜੋ ਸਿਧਾਂਤ ਸੀ ਉਹ ਪ੍ਰਗਟ ਹੁੰਦਾ ਕਿ ਗੁਰੂ ਪੰਥ ਤੇ ਗੁਰੂ ਗ੍ਰੰਥ ਜੋ ਹੈ ਇਹ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਤੋਂ ਬਾਅਦ ਕਾਰਜਕਾਰਨੀ ਵੱਲੋਂ ਜਥੇਦਾਰ ਥਾਪ ਦਿੱਤੇ ਜਾਂਦੇ ਹਨ ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਰਾਜਨੀਤਿਕ ਦਬਦਬੇ ਕਾਰਨ ਜਥੇਦਾਰ ਸਰਬ ਪ੍ਰਵਾਨਿਤ ਹੋਣ ਦੀ ਥਾਂ ਜਾਂ ਤਾਂ ਸਰਬਤ ਖਾਲਸਾ ਦੇ ਆਸ਼ੇ ਦੇ ਵਿਰੁੱਧ ਇੱਕ ਧਿਰ ਦੇ ਬਣ ਕੇ ਜਾਂ ਬਣਾ ਕੇ ਰੱਖ ਦਿੱਤੇ ਜਾਂਦੇ ਹਨ, ਵਿਵਾਦਤ ਕਰ ਦਿੱਤੇ ਜਾਂਦੇ ਹਨ ਜਾਂ ਹੋ ਜਾਂਦੇ ਹਨ, ਜੋ ਕਈ ਵਾਰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਇਹੋ ਜਿਹੇ ਫੈਸਲੇ ਲੈ ਲੈਂਦੇ ਹਨ ਜੋ ਪੰਥ ਵਿਰੋਧੀ ਹੁੰਦੇ ਹਨ ਜਾਂ ਜਿਨ੍ਹਾਂ ਚੋਂ ਪੱਖਪਾਤ ਝਲਕਦਾ ਹੈ, ਜੋ ਸਿੱਖ ਕੌਮ ਲਈ ਅਤਿਘਾਤਕ ਸਾਬਤ ਹੋ ਰਿਹਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ, ਮਾਨ ਮਰਿਆਦਾ ਨੂੰ ਢਾਹ ਲਾ ਰਿਹਾ ਹੈ। ਇੱਕ ਪਾਸੇ ਸਮੇਂ ਦੇ ਹੁਕਮਰਾਨ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਕਰਨਾ ਚਾਹੁੰਦੇ ਨੇ, ਇਹਦੇ ਵਿਰੁੱਧ ਵਿੱਚ ਖੜਾ ਕਰਨਾ ਚਾਹੁੰਦੇ ਨੇ। ਦੂਜੇ ਪਾਸੇ ਕੁਝ ਸਾਡੇ ਚੁਣੇ ਹੋਏ ਨੁਮਾਇੰਦੇ, ਜਿਨ੍ਹਾਂ ਨੂੰ ਅਸੀਂ ਜਥੇਦਾਰ ਦੇ ਰੂਪ ਵਿੱਚ ਦੇਖ ਲਈਏ ਜਾਂ ਕਿਸੇ ਵੀ ਰੂਪ ਵਿੱਚ ਦੇਖ ਲਈਏ, ਉਹਨਾਂ ਵੱਲੋਂ ਕੋਈ ਇਹੋ ਜਿਹੇ ਲਏ ਹੋਏ ਫੈਸਲੇ ਸਿੱਖਾਂ ਦੇ ਵਿੱਚ ਰੋਸ ਭਰਦੇ ਨੇ, ਜਿਹਦੇ ਕਾਰਨ ਫਿਰ ਸਾਡੇ ਜੋ ਪੰਥ ਵਿਰੋਧੀ ਸ਼ਕਤੀਆਂ ਨੇ ਉਹਨਾਂ ਨੂੰ, ਕੌਮ ਦੇ ਨੌਜਵਾਨਾਂ ਨੂੰ ਜਾਂ ਕੌਮ ਨੂੰ ਗੁੰਮਰਾਹ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਰੁੱਧ ਖੜਾ ਕਰਨ ਦਾ ਇੱਕ ਮੌਕਾ ਲੱਗ ਜਾਂਦਾ ਹੈ। ਅੱਜ ਦੇ ਗੁਰਮਤੇ ਤੇ ਫੈਸਲੇ ਤੇ ਚੋਣ ਪੁਰਾਤਨ ਰਵਾਇਤਾਂ ਅਨੁਸਾਰ ਸਰਬਤ ਖਾਲਸਾ ਰਾਹੀਂ ਹੀ ਹੋਣੀ ਚਾਹੀਦੀ ਹੈ, ਜੋ ਸਿੱਖ ਧਰਮ ਨਾਲ ਸੰਬੰਧਿਤ ਧਾਰਮਿਕ, ਰਾਜਨੀਤਿਕ, ਸਮਾਜਿਕ ਮਸਲਿਆਂ ਨੂੰ ਵਿਚਾਰੇ
ਦਿਸ਼ਾ ਨਿਰਦੇਸ਼ ਜਾਰੀ ਕਰੇ ਅਤੇ ਹੱਲ ਕੱਢੇ ਤਾਂ ਕਿ ਹਰ ਖੇਤਰ 'ਚ ਪੰਥ ਦੀ ਚੜ੍ਹਦੀ ਕਲਾ ਹੋਵੇ ਅਤੇ ਸਰਬੱਤ ਖਾਲਸਾ ਵੀ ਕੌਮ ਦੀਆਂ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਸੰਸਥਾਵਾਂ ਅਤੇ ਉਹਨਾਂ ਦੇ ਨੁਮਾਇੰਦਿਆਂ ਦੀ ਕਮੇਟੀ ਨੂੰ ਹੀ ਮੰਨਿਆ ਜਾਣਾ ਚਾਹੀਦਾ ਹੈ। ਜਿੰਨੇ ਵੀ ਮਸਲੇ ਹੋਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਜੋ ਸਮਰਪਿਤ ਸੰਸਥਾਵਾਂ ਨੇ, ਜਿਹੜੀ ਸ਼ਖਸੀ ਪੂਜਾ ਤੋਂ ਬਾਹਰ ਨੇ, ਜਿਹੜੇ ਡੇਰਾਵਾਦ ਤੋਂ ਬਾਹਰ ਨੇ, ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਮੰਨਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵਉੱਚ ਮੰਨਦੇ ਨੇ, ਉਹਨਾਂ ਦੀ ਜੋ ਇਕੱਠ ਬੁਲਾਇਆ ਜਾਵੇ, ਉਹਦੇ ਵਿੱਚੋਂ ਹੀ ਕਮੇਟੀ ਤਿਆਰ ਕੀਤੀ ਜਾਵੇ, ਉਹਦੇ ਵਿੱਚ ਹੀ ਮਸਲੇ ਵਿਚਾਰੇ ਜਾਣ ਅਤੇ ਉਹਨਾਂ ਮਸਲਿਆਂ ਨੂੰ ਫਿਰ ਜੋ ਹੈ ਸਰਬ ਪ੍ਰਵਾਨਿਤ ਜਦੋਂ ਮਸਲੇ ਕਿਸੇ ਦਾ ਹੱਲ ਨਿਕਲ ਜਾਵੇ ਜਾਂ ਕੋਈ ਗੁਰਮਤਾ ਕਰਨਾ ਹੈ, ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਨੀ ਹੈ, ਤਾਂ ਉਸ ਕਮੇਟੀ ਵਿੱਚੋਂ ਹੀ ਜੋ ਜਥੇਦਾਰ ਇੱਕ ਨਿਯੁਕਤ ਕਰਕੇ ਨਾਲ 4 ਸਿੰਘ ਲਾ ਕੇ ਪੰਜਾਂ ਦੇ ਰੂਪ ਦੇ ਵਿੱਚ, ਗੁਰੂ ਪੰਥ ਦੇ ਰੂਪ ਵਿੱਚ ਉਹ ਫੈਸਲਾ ਜੋ ਹੈ ਸੁਣਾਇਆ ਜਾਣਾ ਚਾਹੀਦਾ ਹੈ, ਜੋ ਕਿ ਸਰਬ ਪ੍ਰਮਾਣਿਤ ਹੋਵੇ, ਸਾਰੇ ਜੋ ਉਸ ਨੂੰ ਮੰਨ ਲੈਣ। ਪਰ ਹੁੰਦਾ ਹੀ ਤੇ ਵਿਰੁੱਧ ਹੈ। ਆਪਣੇ ਤੌਰ ਦੇ ਉੱਤੇ ਕੋਈ 2-4 ਲੋਕੀ ਉੱਠ ਕੇ ਜੋ ਹੈ ਸੁਨੇਹਾ ਦੇ ਦਿੰਦੇ ਨੇ, ਇੱਕ ਮੈਸੇਜ ਭੇਜ ਦਿੰਦੇ ਨੇ ਕਿ ਭਾਈ ਚਲੋ ਜੀ ਅਸੀਂ ਸਰਬੱਤ ਖਾਲਸਾ ਕਰਨ ਲੱਗੇ ਹਾਂ। ਰਾਜਨੀਤਿਕ ਪਾਰਟੀਆਂ ਉਹਨਾਂ ਦੇ ਪਿੱਛੇ ਖੜੀਆਂ ਹੋ ਜਾਂਦੀਆਂ ਨੇ, ਇਕੱਠ ਕਰ ਲਿਆ ਜਾਂਦਾ ਹੈ ਅਤੇ ਜੋ ਸਾਡੇ ਸਰਬੱਤ ਖਾਲਸਾ ਦਾ ਜੋ ਸੰਕਲਪ ਹੈ ਉਸ ਨੂੰ ਵੀ ਦਾਗੀ ਕਰ ਲਿਆ ਜਾਂਦਾ ਹੈ ਤੇ ਜੋ ਮਸਲੇ ਵਿਚਾਰੇ ਜਾਂਦੇ ਨੇ, ਜੋ ਹੱਲ ਕੱਢੇ ਜਾਂਦੇ ਨੇ, ਉਹ ਪੰਥ ਵਿੱਚ ਏਕਤਾ ਲਿਆਉਣ ਦੀ ਥਾਂ ਉਲਟਾ ਪੰਥ ਦੇ ਵਿੱਚ ਦੁਬਦਾ ਖੜੀ ਕਰਕੇ ਪੰਥ ਨੂੰ ਹੋਰ ਵੰਡਣ ਦਾ ਕੰਮ ਕਰਦੇ ਨੇ। ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਕਾਰਜ ਖੇਤਰ ਹੈ ਉਹਦੇ ਬਾਰੇ ਚ ਮੈਂ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਹੋ ਸਕਦਾ ਹੈ ਮੇਰੀ ਬੁੱਧੀ ਅਨੁਸਾਰ ਜੋ ਇਹ ਮੈਂ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਇਹ ਸੰਪੂਰਨ ਨਾ ਹੋਵੇ, ਇਹਦੇ ਵਿੱਚ ਹੋਰ ਵੀ ਵਾਅਦਾ ਕੀਤਾ ਜਾ ਸਕਦਾ ਹੈ। ਸੰਗਤ ਦੇ ਵਿੱਚੋਂ ਜਾਂ ਜੋ ਸਾਡੇ ਨਾਲ ਪੈਨਲ ਦੇ ਮੈਂਬਰ ਨੇ ਜੋ ਵੀ ਇਹਦੇ ਵਿੱਚ ਆਪਣਾ ਵਾਅਦਾ ਕਰਨਾ ਚਾਹੁੰਦੇ ਨੇ ਉਹਦੇ ਨਾਲ ਸਾਨੂੰ ਜੋ ਹੈ ਹੋਰ ਵੀ ਜਾਣਕਾਰੀ ਮਿਲ ਸਕਦੀ ਹੈ। ਕੋਈ ਬਾਤ ਘੱਟ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀ ਮਨਮੋਹਨ ਸਿੰਘ ਜੀ ਨੇ ਪੂਰੀ ਡਿਟੇਲ ਵਿੱਚ ਦੱਸਿਆ ਔਰ ਮੈਂ ਸੰਗਤ ਪਾਸੋਂ ਖਿਮਾ ਮੰਗਦਾ ਕਿ ਸਕਰੀਨ ਤੇ ਵੀਰ ਮਨਮੋਹਨ ਸਿੰਘ ਦਾ ਨਾਂ ਨਹੀਂ ਆ ਰਿਹਾ ਸੀ, ਕੋਈ ਹੋਰ ਆ ਰਿਹਾ ਸੀ, ਉਹਦੇ ਲਈ ਮੈਂ ਖਿਮਾ ਮੰਗਦਾ। ਕੋਈ ਟੈਕਨੀਕਲ ਇਸ਼ੂ ਆ ਗਿਆ ਜਿਹੜਾ ਸਾਡੇ ਵੱਸ ਤੋਂ ਬਾਹਰ, ਪਰ ਮੈਂ ਜਾਣਕਾਰੀ ਲਈ ਦੱਸ ਦਿਆਂ ਕਿ ਇਹ ਜਿਹੜਾ ਉੱਤਰ ਹੈ ਵੀਰ ਮਨਮੋਹਨ ਸਿੰਘ ਜੀ ਪੁੰਛ ਸਰਕਲ ਵਾਲੇ ਜਿਹੜੇ ਨੇ ਉਹ ਦੇ ਰਹੇ ਸਨ, ਉਹਨਾਂ ਦਾ ਧੰਨਵਾਦ ਹੈ ਜੀ। ਤੋ ਆਓ ਸਾਧ ਸੰਗਤ, ਆਪਾਂ ਕੋਲ ਹੁਣ 3 ਮਿੰਟ ਦਾ ਸਮਾਂ ਰਹਿ ਗਿਆ। ਇੱਕ ਸਵਾਲ ਲੈਣੇ ਆ ਜੀ। ਸਵਾਲ ਦਾ ਇਹ ਸਵਾਲ ਹੈਗਾ ਇੱਕ ਸ਼ਬਦ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 862 ਤੇ ਹਾਕਿਓ ਮੀਨ ਕਪਕ ਕੀ ਨਿਆਈ ਤੂੰ ਉਰਜ ਰਿਓ ਕੁਸੁਮ ਭਾਏ ਲੈ। ਇਹ ਸਾਹਿਬ ਪ੍ਰੇਮ ਸਿੰਘ ਹੋਰਾਂ ਨੇ ਭੇਜਿਆ ਇਹ ਸ਼ਬਦ। ਇਹ ਸ਼ਬਦ ਕਿਉਂਕਿ ਬੜਾ ਲੰਬਾ ਔਰ ਇਹਦੇ ਚ ਕਈ ਅੱਖਰ ਨੇ ਜਿਨ੍ਹਾਂ ਨੂੰ ਸਮਝਣ ਸਮਝਾਉਣ ਦੀ ਲੋੜ ਹੈ। ਤੋ ਕੋਸ਼ਿਸ਼ ਕੀਤੀ ਜਾਏਗੀ ਆਉਣ ਵਾਲੇ ਸਮੇਂ ਜੇ ਸਮਾਂ ਮਿਲੇਗਾ ਤਾਂ ਵੀਰ ਐਮਪੀ ਸਿੰਘ ਜੀ ਦੀ ਪੂਰੀ ਸਲਾਈਡ ਬਣਾ ਕੇ ਸਾਨੂੰ ਦੱਸਣਗੇ। ਅੱਜ ਸਿਰਫ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਐਮਪੀ ਸਿੰਘ ਜੀ ਨੂੰ ਕਿ ਕਿਉਂਕਿ ਸਾਡੇ ਕੋਲ 2-3 ਮਿੰਟ ਦਾ ਸਮਾਂ, ਇਸ ਸ਼ਬਦ ਦਾ ਕੇਂਦਰੀ ਭਾਵ ਸਾਨੂੰ ਸਮਝਾ ਦਿਓ ਵੀਰ ਐਮਪੀ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਰ ਰਾਜਾ ਸਿੰਘ ਜੀ ਨੇ ਆਖਿਆ ਹੈ, ਇਸ ਸ਼ਬਦ ਦਾ ਜੋ ਕੇਂਦਰੀ ਭਾਵ ਜੋ ਰਾਹੋਂ ਦੀ ਪੰਕਤੀ ਵਿੱਚ ਹੈ, ਉੱਥੇ ਤੋਂ ਹੀ ਸਿਰਫ ਗੱਲ ਸ਼ੁਰੂ ਕਰਦੇ ਹਾਂ। ਰਾਹੋਂ ਦੀ ਪੰਕਤੀਆਂ ਹਨ, ਮਨ ਸਮਝ ਛੋੜ ਆਵਾਏ ਲੈ। तो 1 सेकंड तो मैं टाइम देना, मैं जरा स्क्रीन पे शब्द सामने ले आवा। जी, तो शब्द जड़ा है वो तो है राग गौण के अंदर। पहला पदा वखरा है ते राहो दा बंद जड़ा दूसरा है, और 2 पंक्तियां हैं राहो दे बंद दियां। मन समझ छोड़ आवाए ले। तो पहला हिस्सा तो बड़ा क्लीयर है, मन को संबोधन करके कहा जा रहा है कि मन तो इस गल समझ, होश कर, ध्यान कर कि छोड़ आवाए ले। छोड़ का अर्थ भी क्लीयर है भी छड़ दे। अवायले का अर्थ है अवैड़ापन। अवैड़ापन का जो मतलब समझ जाता हुआ है जो बंदे का जिद्दी सुभाव होंदा है, अड़ियल सुभाव होंदा है। तो ये मन का सुभाव जिवें कि भी राजा सिंह जी ने अपने मन के विषय के लैक्चर भी बड़ी डिटेल ही समझाया सी कि मन का कुदरती जोड़ा है अड़ियल सुभाव होंदा है। और असी अपनी जिंदगी च भी ये चीज़ां एक्सपीरियंस करते ही हाँ। कई बार असी
ਇਹਨਾਂ ਕੋ ਐਸੀਆਂ ਗੱਲਾਂ ਤੇ ਵੀ ਅੜ ਜਾਂਦੇ ਹਾਂ ਜਿਹੜੀਆਂ ਸਾਡੀ ਅਕਲ ਸਾਨੂੰ ਸਮਝਾਉਂਦੀ ਹੈ ਕਿ ਇਹ ਠੀਕ ਨਹੀਂ ਹਨ, ਪਰ ਆਪਣੀ ਹਉਮੈ ਦੇ ਅਧੀਨ ਆ ਕੇ ਅਸੀਂ ਉਹਨਾਂ ਦੇ ਉੱਤੇ ਆਪਣਾ ਅੜ ਪੱਕੀ ਕਰ ਲੈਂਦੇ ਹਾਂ। तो इस अड़ियल सुभाव ਨੂੰ ਤਿਆਗਣ ਦੀ ਪ੍ਰੇਰਨਾ ਗੁਰੂ ਸਾਹਿਬ ਕਰ ਰਹੇ ਹਨ ਤੇ ਮਨ ਸਮਝ ਛੋੜ ਆਵਾਇਲੇ। ਉਹ ਬੰਦਾ ਆਮ ਤੌਰ ਤੇ ਅੜਦਾ ਜਾਂ ਜ਼ਿੱਦ ਕਿਹਨਾਂ ਗੱਲਾਂ ਤੇ ਕਰਦਾ ਹੈ ਕਿ ਦੁਨਿਆਵੀ ਪਦਾਰਥਾਂ ਦੀ ਉਹਦੀ ਪਕੜ ਹੁੰਦੀ ਹੈ, ਮਾਇਆ ਦੇ ਪਦਾਰਥ ਇਕੱਠੇ ਕਰਨੇ ਚਾਹੁੰਦਾ ਹੈ, ਉਹਨੂੰ ਲੱਗਦਾ ਹੈ ਕਿ ਮੈਨੂੰ ਮਾਇਆ ਚੋਂ ਹੀ ਸੁੱਖ ਮਿਲੇਗਾ। ਹਾਲਾਂਕਿ ਕਈ ਵਾਰੀ ਗੁਰੂ ਪਾਸੋਂ, ਸੰਤ ਜਨਾਂ ਪਾਸੋਂ, ਹੋਰ ਪ੍ਰਮਾਤਮਾ ਦੇ ਪਿਆਰਿਆਂ ਪਾਸੋਂ ਉਹਨੂੰ ਇਹ ਸਿੱਖਿਆ ਮਿਲਦੀ ਵੀ ਹੈ ਕਿ ਦੁਨਿਆਵੀ ਪਦਾਰਥਾਂ 'ਚ ਸੁੱਖ ਨਹੀਂ ਹੈ, ਪਰ ਇਨਸਾਨ ਆਪਣੀ ਇਹ ਅੜੀ, ਆਪਣੀ ਜ਼ਿੱਦ ਛੱਡਦਾ ਨਹੀਂ ਹੈ। ਤਾਂ ਗੁਰੂ ਸਾਹਿਬ ਪ੍ਰੇਰਨਾ ਕਰ ਰਹੇ ਹਨ, ਮਨ ਸਮਝ ਛੋੜ ਆਵਾਇਲੇ, ਆਪਣੇ ਰਹਿਣ ਕੋ ਠੌਰ ਨਾ ਪਾਵੇਂ, ਕਾਏ ਪਰ ਕਹਿ ਜਾਇਲੇ। ਇਹਨੂੰ ਇੱਥੇ ਆਪਣੇ ਰਹਿਣ ਵਾਸਤੇ, ਆਪਣੇ ਟਿਕਣ ਵਾਸਤੇ ਕੋਈ ਠੌਰ, ਕੋਈ ਟਿਕਾਣਾ ਨਹੀਂ ਪ੍ਰਾਪਤ ਹੁੰਦਾ, ਮਿਲਦਾ ਨਹੀਂ ਹੈ। ਕਿਉਂਕਿ ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਕੋਈ ਇਨਸਾਨ ਵੀ ਐਸਾ ਕੋਈ ਵੀ ਤਰੀਕਾ ਨਹੀਂ ਅਪਣਾ ਸਕਦਾ, ਕੋਈ ਐਸਾ ਅਰੇਂਜਮੈਂਟ ਨਹੀਂ ਕਰ ਸਕਦਾ ਜਿਹਦੇ ਨਾਲ ਉਹ ਇਸ ਦੁਨੀਆ ਦੇ ਵਿੱਚ ਪੱਕਾ ਟਿਕਾਣਾ ਬਣਾ ਲਵੇ। ਇਸ ਦੁਨੀਆ ਤੋਂ ਛੱਡ ਕੇ ਉਹਨੂੰ ਜਾਣਾ ਹੀ ਪੈਂਦਾ ਹੈ। ਪੱਕਾ ਟਿਕਾਣਾ ਤਾਂ ਅੱਜ ਤੱਕ ਕਦੀ ਕਿਸੇ ਨੂੰ ਮਿਲਿਆ ਨਹੀਂ ਹੈ। ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਜੰਮਿਆ ਹੈ ਉਹਨੇ ਮਰਨਾ ਜ਼ਰੂਰ ਹੈ। ਪੱਕਾ ਟਿਕਾਣਾ ਅੱਜ ਤੱਕ ਇੱਥੇ ਕਿਸੇ ਨੂੰ ਨਹੀਂ ਮਿਲਿਆ, ਨਾ ਮਿਲ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਆਪਣੇ ਰਹਿਣ ਕੋ ਠੌਰ ਨਾ ਪਾਵੇਂ, ਕਾਏ ਪਰ ਕਹਿ ਜਾਇਲੇ। ਪਰ ਫਿਰ ਵੀ ਨਜ਼ਰ ਤੇਰੀ ਜਿਹੜੀ ਹੈ ਲੋਕਾਂ ਦੇ ਮਾਲ ਦੇ ਉੱਤੇ, ਲੋਕਾਂ ਦੇ ਧਨ ਪਦਾਰਥ ਦੇ ਉੱਤੇ ਤੇਰੀ ਨਜ਼ਰ ਲੱਗੀ ਰਹਿੰਦੀ ਹੈ ਕਿ ਜਿਵੇਂ ਤੂੰ ਇੱਥੇ ਟਿਕਿਆ ਰਹਿਣਾ ਹੈ ਤੇ ਜਿਨ੍ਹਾਂ ਦੇ ਮਾਲ ਦੇ ਉੱਤੇ ਤੇਰੀ ਨਜ਼ਰ ਹੈ ਉਹ ਟੈਂਪਰੇਰੀ ਬੈਠੇ ਨੇ, ਉਹਨਾਂ ਨੇ ਤੁਰ ਜਾਣਾ। तो ये मन का भुलेखा है, जिद्दी सुभाव है, अवाड़ा सुभाव है। ये तू छੱਡ दे। तू ये भी इस गल ਨੂੰ ਸਮਝ ਲੈ ਕਿ ਇਸ ਦੁਨੀਆ ਦੇ ਵਿੱਚ ਸਾਰੇ ਹੀ ਜੀਵ ਟੈਂਪਰੇਰੀ ਤੌਰ ਤੇ ਆਏ ਹਨ, 4 ਦਿਨ ਦੇ ਪ੍ਰਾਹੁਣੇ ਹਨ। ਤੋ ਇਸ ਲਈ ਦੂਜਿਆਂ ਦੇ ਮਾਲ ਧਨ ਦੇ ਉੱਤੇ, ਦੂਜਿਆਂ ਦੇ ਪਦਾਰਥਾਂ ਦੇ ਉੱਤੇ ਤੂੰ ਨਜ਼ਰ ਨਾ ਰੱਖ, ਉਹਨਾਂ ਨੂੰ ਹਾਸਲ ਕਰਨ ਦੀ ਮਨ ਦੇ ਵਿੱਚ ਇੱਛਾ ਨਾ ਕਰ। ਕੇਂਦਰੀ ਭਾਵ ਸ਼ਬਦ ਦਾ ਇਹੀ ਹੈ। ਬਾਕੀ ਪਦਿਆਂ ਦੇ ਅੰਦਰ ਇਸ ਮਾਇਆ ਦੀ ਪਕੜ ਕਰਕੇ, ਇਹਨਾਂ ਮਾਇਕ ਪਦਾਰਥਾਂ ਦੇ ਮਗਰ ਜਾਣ ਕਰਕੇ ਕਿਸ ਤਰ੍ਹਾਂ ਦੀਆਂ ਤਕਲੀਫਾਂ ਆਉਂਦੀਆਂ ਨੇ, ਇਨਸਾਨ ਕੀ ਕੁਝ ਭੁਗਤਦਾ ਹੈ, ਉਹਦਾ ਜ਼ਿਕਰ ਅਲੱਗ-ਅਲੱਗ ਪਦਿਆਂ ਦੇ ਅੰਦਰ ਹੈ। तो जिमें कि पहले पदे के अंदर मछली और बंदर की मिसाल दे के चेतावनी दी गई है कि भी इन्होंने चक्कर च पैन नाल तेरा बुरा ही बुरा होएगा। जे तू अपने बचा चाहता है तो परमात्मा का ही सिमरन करेगा कर। तो यदि डिटेल च विचार असीं फिर किसी होर समय करांगे। केंद्री भाव जो है वो आप जी नाल साझा कीता है। होइयां भुल्लां ਲਈ ਖਿਮਾ जी। वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ ਨੇ ਦੱਸਿਆ ਕਿ ਇਹ ਸਾਡਾ ਜਿਹੜਾ ਜ਼ਿੱਦੀ ਸੁਭਾਅ ਹੈ, ਅਸਲ ਸਤਸੰਗ ਦੀ ਜਿਹੜੀ ਜ਼ਿੱਦੀ ਸੁਭਾਅ ਹੈ ਨਾ, ਇਹ ਵੀ ਹਉਮੈ ਦਾ ਇੱਕ ਬਦਲਿਆ ਰੂਪ ਹੈ ਵੀ ਆਪਣੀ ਗੱਲ ਨਹੀਂ ਛੱਡਣੀ, ਜੋ ਮੈਂ ਕਹਤੋਂ ਅੜੇ ਰਹਿਣਾ। ਹਾਲਾਂਕਿ ਮਨੋਵਿਗਿਆਨ ਇਹ ਕਹਿੰਦਾ ਕਿ ਜਿਹੜੇ ਲੋਕ ਜ਼ਿੱਦੀ ਨੇ ਉਹਨਾਂ ਦਾ ਗਿਆਨ ਸਿੱਖਣ ਵਾਲੀ ਜਿਹੜੀ ਸਾਡੇ ਅੰਦਰ ਕੋਸ਼ ਹੈ ਉਹ ਬਲੌਕ ਹੋ ਜਾਂਦੀ। ਜਦੋਂ ਕਿਸੇ ਗੱਲ ਤੇ ਜ਼ਿੱਦ ਕਰਕੇ ਅੜ ਜਾਂਦੇ ਆ ਨਾ, ਸਾਡੀ ਜਿਹੜੀ ਰਿਸੈਪਟਿਵ ਪਾਵਰ ਹੈ ਉਹ ਉੱਥੇ ਖਤਮ ਹੋ ਜਾਂਦੀ ਹੈ ਤੇ ਇਹ ਜਿਹੜਾ ਬੰਦਾ ਜ਼ਿੱਦੀ ਉਹਨੂੰ ਨੁਕਸਾਨ ਹੁੰਦਾ। ਸੋ ਇਸ ਕਰਕੇ ਸਾਨੂੰ ਲੋੜ ਤੇ ਹੈਗਾ, ਸਾਨੂੰ ਤੇ ਗੁਰਬਾਣੀ ਸਿਖਾਉਂਦੀ ਹੈ ਕਿ ਬੰਦਾ ਬਹੁਤ ਨਰਮ ਸੁਭਾਅ ਦਾ ਹੋਵੇ। ਠੀਕ ਹੈ, ਸਾਨੂੰ ਤੇ ਕਦੀ ਗੁੱਸੇ 'ਚ ਜਾਂ ਜ਼ਿੱਦ ਵਿੱਚ ਆਉਣ ਦੀ ਇਹ ਇੱਕ ਬੜਾ ਵੱਡਾ ਇਹ ਵੀ ਵਿਕਾਰ ਹੈ, ਜ਼ਿੱਦ ਕਰਨੀ ਜਾਂ ਗੁੱਸੇ 'ਚ ਆਉਣਾ। ਔਰ ਸਾਨੂੰ ਇਹਦੇ ਤੋਂ ਗੁਰਬਾਣੀ 'ਚ ਵਰਜਿਆ ਗਿਆ। ਇਸ ਵੇਲੇ ਸਮਾਂ ਨਹੀਂ ਹੈ, ਸਮਾਂ ਆਲਰੇਡੀ 2-3 ਮਿੰਟ ਉੱਪਰ ਹੋ ਚੁੱਕਾ ਸਾਧ ਸੰਗਤ ਜੀ। ਤੋਂ ਅੱਜ ਦੇ ਇਹ ਜੋ ਵਿਸ਼ੇ ਨਿਭਾਉਂਦੇ ਆ, ਹੋ ਗਈਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ, ਭੁੱਲਾਂ ਲਈ ਆਪ ਪਾਸੋਂ ਖਿਮਾ ਮੰਗਦੇ ਹਾਂ। ਔਰ ਸੰਗਤ ਜਿਹੜੀ ਹੈ ਉਹ ਸਾਨੂੰ ਕਦੀ ਵੀ ਕੋਈ ਸਵਾਲ ਭੇਜ ਕੇ ਸੁਜੈਸ਼ਨ ਜਾਂ ਇਹਦੇ 'ਚ ਕਰੈਕਸ਼ਨ ਦੇ ਸਕਦੇ ਹੋ, ਜਾਂ ਨਵਾਂ ਸਵਾਲ ਜਿਹੜਾ ਉਹ ਤੁਸੀਂ ਭੇਜ ਸਕਦੇ ਹੋ ਕਿਸੇ ਵੀ ਪੈਨਲ ਮੈਂਬਰ ਨੂੰ। ਔਰ ਉਹ ਹਰ ਇੱਕ ਦਾ ਉਹਦੇ 'ਚ ਸਵਾਗਤ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਕੋਲ ਸਵਾਲ ਜਾਂ ਤੁਹਾਡੇ ਸੁਝਾਅ ਆਉਂਦੇ ਨੇ, ਅਸੀਂ ਉਹਨਾਂ ਨੂੰ ਆਪਸ ਵਿੱਚ ਡਿਸਕਸ ਕਰਕੇ ਤੁਹਾਡੇ ਸਾਹਮਣੇ ਲਿਆਉਂਦੇ ਹਾਂ। ਔਰ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਹੋਰ ਵੀ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਧੰਨਵਾਦ। ਤੋਂ ਸਾਧ ਸੰਗਤ ਜੀ, 2 ਆਈਡੀਜ਼ ਨਵੀਆਂ ਆਈਆਂ, ਮੈਂ ਬੇਨਤੀ ਕਰਾਂਗਾ ਬਈ ਉਹ ਸੰਗਤ ਦੇ ਸਾਹਮਣੇ ਆ ਕੇ ਫਤਿਹ ਸਾਂਝੀ ਕਰੋ, ਆਪਣੀ ਸੰਖੇਪ ਇੰਟਰੋਡਕਸ਼ਨ ਦੇ ਦਿਓ ਜੀ। ਪਹਿਲੀ ਹੈ ਅਕਾਲ ਜੀ